ਚੌਪਈ। ਸੰਗਤ ਦੁਖੀ ਹੋਏ ਕਰ ਆਈ, ਦੇ ਧੀਰਜ ਗੁਰ ਨਿਕਟ ਟਿਕਾਈ। ਅਗਲੇ ਦਿਵਸ ਅਖੀਰ ਬਹਾਨੇ, ਕਲਗੀਧਰ ਤਿਸ ਔਰ ਪਿਆਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ, ਗੁਰ ਕਿਰਪਾਲ ਜਪ ਭਏ ਤਾਪ ਗੁਣ ਸਭ ਛਪੇ। ਐਸੇ ਕਰਨ ਕਾਰਣ ਦੀਨ ਦਿਆਲ ਭਗਤ ਬਛਲ ਅਨਾਥ ਨਾਥ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਜੁੜ ਬੈਠੇ ਇਕੱਤਰ ਹੋਏ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਨੇਤਾ ਪ੍ਰਤੀ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਾਹਿਬੇ ਕਮਾਲ ਪੰਥ ਦੇ ਵਾਲੀ, ਚਟਿਆਂ ਬਾਜਾਂ ਵਾਲੇ, ਸ਼ਮਸ਼ੇਰੇ ਬਹਾਦਰ, ਦੇਗ ਔਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਸਰਵਣ ਕਰ ਰਹੇ। ਕਲਗੀਧਰ ਜੀ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ ਹੈ, ਜੋ ਸੰਸਾਰ ਦੇ ਸਮਸਤ ਪੰਥਾਂ ਵਿੱਚੋਂ ਨਿਰਾਲਾ ਪੰਥ ਹੈ। ਖਾਲਸੇ ਨੂੰ ਖਾਲਸੇ ਦਾ ਆਦਰਸ਼ ਸਮਝਾਇਆ ਹੈ, ਸ਼ਸਤਰਧਾਰੀ ਹੋਣ ਦਾ ਹੁਕਮ ਕੀਤਾ ਹੈ, ਸ਼ਸਤਰ ਦਾ ਵਿਸਾਰ ਨਹੀਂ ਕਰਨਾ ਇਹ ਹੁਕਮ ਕੀਤਾ ਹੈ। ਦਰਸ਼ਨ ਕਰਨ ਆਉਣ ਵਾਲੇ ਸਿੰਘਾਂ ਪ੍ਰਤੀ ਕੁਝ ਜ਼ਰੂਰੀ ਰੀਤੀਆਂ ਦੀ ਪਾਲਣਾ ਕਰਨ ਦਾ ਹੁਕਮ ਕੀਤਾ। ਇਹ ਕਥਾ ਆਪਾਂ ਕੱਲ ਦੇ ਪ੍ਰਸੰਗ ਵਿੱਚ ਇੱਕ ਸਿੱਖ ਆਇਆ, ਦੌੜ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀ ਦੀਆਂ ਸੰਗਤਾਂ ਆਪ ਜੀ ਦੇ ਦਰਸ਼ਨਾਂ ਨੂੰ ਆ ਰਹੀਆਂ ਸਨ। ਰਸਤੇ ਵਿੱਚ ਇੱਕ ਨੂੰਹ ਪਿੰਡ ਹੈ, ਉਸ ਪਿੰਡ ਦਿਆਂ ਲੋਕਾਂ ਨੇ ਸੰਗਤ ਤੇ ਹਮਲਾ ਕੀਤਾ। ਜਿਹੜੇ ਤਾਂ ਸ਼ਸਤਰਧਾਰੀ ਹੋਏ ਸਨ ਸਿੱਖ ਉਹ ਤਾਂ ਬਚ ਗਏ, ਪਰ ਜਿਹੜੇ ਸ਼ਸਤਰਾਂ ਤੋਂ ਵਿਹੂਣੇ ਸਨ ਉਹਨਾਂ ਨਾਲ ਖਿੱਚੋ ਧੂ ਕੀਤੀ ਹੈ। ਕਈ ਸਿੱਖ ਜ਼ਖਮੀ ਹੋਏ ਨੇ, ਉਹਨਾਂ ਦਾ ਸਾਜੋ ਸਮਾਨ ਭੇਟਾਵਾਂ ਜੋ ਆਪ ਜੀ ਦੇ ਚਰਨਾਂ 'ਚ ਅਰਪਣ ਕਰਦੀਆਂ ਸਨ ਉਹਨਾਂ ਪਿੰਡ ਵਾਲਿਆਂ ਨੇ ਖੋਹ ਲਈਆਂ। ਸੁਣ ਕੇ ਕਲਗੀਧਰ ਜੀ ਬੀਰਸ ਵਿੱਚ ਆਏ ਨੇ, ਸਿੱਖਾਂ ਨੂੰ ਹੁਕਮ ਕੀਤਾ ਹੈ ਕਿ ਪਿੰਡ ਵਾਲੇ ਨੂੰ ਪਿੰਡ ਵਾਲਿਆਂ ਨੇ ਜਿਹੜੀ ਭਾਜੀ ਪਾਈ ਹੈ ਉਹ ਭਾਜੀ ਆਪਾਂ ਨੂੰ ਮੋੜਨੀ। ਸੂਰਮਾ ਭਾਜੀ ਰੱਖਦਾ ਨਹੀਂ, ਅੱਬਲ ਤੇ ਜਿੰਨੀ ਹੋਵੇ ਓਨੀ ਮੋੜਦਾ, ਜੇ ਓਨੀ ਨਹੀਂ ਤਾਂ ਦੁੱਗਣੀ ਤਾਂ ਜ਼ਰੂਰ ਮੋੜੇ, ਦੁੱਗਣੀ ਨਹੀਂ ਤਾਂ ਜਿੰਨੀ ਹੈ ਓਨੀ ਮੋੜੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਜੋ ਨੂੰਹ ਪਿੰਡ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨ ਪਾਏ ਨੇ, ਉਹ ਕਥਾ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸਾਡੇ ਤੇ ਮਹਾਨ ਪਰਉਪਕਾਰ ਕਰਦਿਆਂ ਲਿਖੀ ਹੈ। ਗੁਰੂ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ, ਇਕਾਗਰਤਾ ਬਣਾਉਣ ਵਾਸਤੇ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ।
ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸੰਗਤ ਦੁਖੀ ਹੋਏ ਕਰ ਆਈ। ਜਿਹੜੀ ਸੰਗਤ ਨੂੰ ਪਿੰਡ ਦੇ ਲੋਕਾਂ ਨੇ ਦੁਖੀ ਕੀਤੀ ਸੀ, ਸਿੱਖਾਂ ਦੇ ਕੋਲ ਜੋ ਰਾਜ ਸਾਜ ਸੀ ਉਹ ਹੋਇਆ, ਉਹ ਸੰਗਤ ਵਿਆਕੁਲ ਹੋ ਕੇ ਦੁਖੀ ਹੋ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਆਈ ਹੈ। ਦੇ ਤੀਰਜ ਗੁਰ ਨਿਕਟ ਟਿਕਾਈ। ਸੰਗਤ ਨੂੰ, ਕਿਉਂਕਿ ਸੰਗਤ ਦਾ ਮਨੋਬਲ ਟੁੱਟਿਆ ਹੋਇਆ ਸੀ, ਸਿੱਖਾਂ ਦੇ ਚਿਹਰੇ ਉਤਰੇ ਹੋਏ ਸੀ ਜਿਨ੍ਹਾਂ ਨੂੰ ਰਸਤੇ 'ਚ ਖਿੱਚ ਧੂ ਕੀਤੀ ਗਈ ਹੈ, ਉਹਨਾਂ ਦੇ ਕੋਲ ਜੋ ਉਹਨਾਂ ਦਾ ਰਾਜ ਸਾਜ ਸੀ ਸਾਰਾ ਨੂੰ ਪਿੰਡ ਵਾਲਿਆਂ ਨੇ ਖੋਹ ਲਿਆ ਸੀ। ਇਸ ਕਰਕੇ ਸਿੱਖਾਂ ਨੂੰ ਕਲਗੀਧਰ ਪਾਤਸ਼ਾਹ ਨੇ ਜੋ ਇਹ ਸੰਗਤ ਆਈ ਹੈ, ਇਹਨਾਂ ਨੂੰ ਧੀਰਜ ਦਿੱਤਾ ਹੈ, ਹੌਸਲਾ ਦਿੱਤਾ ਹੈ। ਅਗਲੇ ਦਿਨ ਕੀਤਾ। ਸ਼ਿਕਾਰ ਖੇਡਣ ਵਾਸਤੇ, ਸ਼ਿਕਾਰ ਦੇ ਬਹਾਨੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਆਪਣੇ ਸਿਪਾਹੀਆਂ ਸਮੇਤ, ਆਪਣੀ ਖਾਲਸਾਈ ਫੌਜ ਦੇ ਸਮੇਤ ਚੱਲੇ ਹਨ। ਕਲਗੀਧਰ ਤਿਸ ਔਰ ਪਿਆਨੇ। ਕਲਗੀਧਰ ਜੀ ਨੇ ਉਸੇ ਪਿੰਡ ਨੂੰਹ ਵਾਲੀ ਮੁਖ ਕੀਤਾ, ਉਸੇ ਪਾਸੇ ਸ਼ਿਕਾਰ ਖੇਡਦਿਆਂ ਹੋਇਆਂ ਗਏ ਹਨ। ਬਜਤ ਅਗਰ ਰਣਜੀਤ ਨਗਾਰਾ। ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਨਗਾਰਾ, ਰਣਜੀਤ ਨਗਾਰਾ ਅੱਗੇ ਅੱਗੇ ਵੱਜਦਾ ਜਾ ਰਿਹਾ ਹੈ। ਨਗਾਰਾ ਫੌਜ ਦੀ ਲਾਮਬੰਦੀ ਲਈ ਅਤੀ ਆਵਸ਼ਕ ਤੇ ਜ਼ਰੂਰੀ ਹੈ। ਦੂਜਾ, ਇਹ ਰਾਜਸੀ ਠਾਠ ਦਾ ਚਿੰਨ੍ਹ ਹੈ ਨਗਾਰਾ। ਤੋ ਨਗਾਰਾ ਮਹਾਰਾਜ ਜੀ ਦਾ ਰਣਜੀਤ ਨਗਾਰਾ, ਕਿਉਂਕਿ ਸਤਿਗੁਰੂ ਜਦੋਂ ਵੀ ਚੜ੍ਹਾਈ ਕਰਦੇ ਸੀ ਨਗਾਰਚੀ ਅੱਗੇ ਲੈ ਕੇ ਨਗਾਰਾ ਪਹੁੰਚ ਕੇ ਨਗਾਰੇ ਤੇ ਚੋਭਾ ਮਾਰਦਾ। ਤੋ ਨਗਾਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਗੇ ਅੱਗੇ ਵੱਜਦਾ ਜਾ ਰਿਹਾ ਹੈ। ਕੰਪਤ ਸ਼ਤਰੂ ਸ਼ਬਦ ਸੁਨ ਪਾਰਾ। ਨਗਾਰੇ ਦੀ ਆਵਾਜ਼ ਇਤਨੀ ਗਰਜਵੀਂ ਹੈ, ਬੱਦਲ ਦੀ ਆਵਾਜ਼ ਵਾਂਗੂ, ਜਿਵੇਂ ਬੱਦਲ ਗਰਜਦੇ ਨੇ, ਬੱਦਲਾਂ ਦੀ ਗਰਜ ਵਾਂਗੂ ਨਗਾਰੇ ਦੀ ਆਵਾਜ਼ ਹੈ, ਜਿਸ ਨੂੰ ਸੁਣ ਕੇ ਦੁਸ਼ਮਣਾਂ ਦੇ ਹਿਰਦੇ ਕੰਬਦੇ ਹਨ। ਸਤਿਗੁਰਾਂ ਦੇ ਰਣਜੀਤ ਨਗਾਰੇ ਦੀ ਆਵਾਜ਼ ਸੁਣ ਕੇ ਜਿੱਥੇ ਸਾਹਿਬ ਦੇ ਸੂਰਮਿਆਂ ਦੇ ਚਿਤਾਂ ਵਿੱਚ ਵੀਰ ਰਸ ਪੈਦਾ ਹੁੰਦਾ, ਚਾਹ ਪੈਦਾ ਹੁੰਦਾ, ਉੱਥੇ ਦੁਸ਼ਮਣ ਦਲ ਦੇ ਸੂਰਮਿਆਂ ਦੇ ਅੰਦਰ ਭੈ ਤੇ ਡਰ ਪੈਦਾ ਹੁੰਦਾ। ਸਤਿਗੁਰਾਂ ਦੇ ਨਗਾਰੇ ਦੀ ਆਵਾਜ਼ ਸੁਣ ਕੇ ਜਿਹੜੇ ਗੁਰੂ ਘਰ ਨਾਲ ਦਵੈਸ਼ ਰੱਖਣ ਵਾਲੇ ਦੋਖੀ ਦੁਸ਼ਮਣ ਨੇ, ਉਹਨਾਂ ਦੇ ਹਿਰਦੇ ਭੈ ਭੀਤ ਹੋ ਕੇ ਕੰਬਣ ਲੱਗੇ ਹਨ। ਕਿਤਕ ਚਮੂ ਤਬ ਗੁਰ ਕੇ ਸੰਗ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਕੁਝ ਕੁ ਫੌਜਾਂ, ਕੋਈ ਜ਼ਿਆਦਾ ਸਾਰੀ ਫੌਜ ਨਹੀਂ ਨਾਲ ਲਈ, ਕੁਝ ਕੁ 94 ਸੂਰਮੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਨਾਲ ਲਏ ਹਨ। ਜਾਤ ਕੁਦਾਏ ਪਲਾਏ ਤੁਰੰਗ। ਘੋੜਿਆਂ ਨੂੰ ਕੁਦਾਉਂਦਿਆਂ ਹੋਇਆਂ, ਘੋੜਿਆਂ ਦੇ ਨਾਲੇ ਫੌਜੀ ਕਵਾਇਦ ਕਰਦਿਆਂ ਹੋਇਆਂ ਕਲਗੀਧਰ ਦੀ ਸ਼ਿਕਾਰ ਖੇਡਦਿਆਂ ਹੋਇਆਂ ਜਾ ਰਹੇ ਨੇ। ਜਬ 9 ਗ੍ਰਾਮ ਨਿਕਟ ਚੱਲ ਗਏ। ਜਦੋਂ ਚੱਲ ਕੇ ਨੂੰਹ ਪਿੰਡ ਦੇ ਨੇੜੇ ਆਏ, ਜਿਸ ਪਿੰਡ ਵਾਲਿਆਂ ਨੇ ਵਧੀਕੀ ਕੀਤੀ ਹੈ, ਸੰਗਤ ਨੂੰ ਲੁੱਟਿਆ, ਸੰਗਤ ਨੂੰ ਪਰੇਸ਼ਾਨ ਕੀਤਾ ਹੈ, ਕਈ ਸਿੱਖਾਂ ਨੂੰ ਜ਼ਖਮੀ ਕੀਤਾ ਹੈ, ਤੇ ਉਸ ਪਿੰਡ ਵਾਲਿਆਂ ਨੇ ਜਿਨ੍ਹਾਂ ਨੇ ਕਈ ਸਿੱਖਾਂ ਨੂੰ ਜ਼ਖਮੀ ਕਰਨ ਦੇ ਨਾਲ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ, ਉਸ ਪਿੰਡ ਨੂੰਹ ਦੇ ਕੋਲ ਕਲਗੀਧਰ ਜੀ ਪਹੁੰਚੇ ਹਨ। ਚੌਂ ਦਿਸ਼ ਮੈਂ ਫਿਰ ਸਭ ਪਿਖ ਲਏ। ਪਹਿਲਾਂ ਪਿੰਡ ਦੇ ਆਲੇ ਦੁਆਲੇ ਮੁਆਇਨਾ ਕੀਤਾ ਸਤਿਗੁਰ, ਸਿੱਧਾ ਪਿੰਡ 'ਚ ਨਹੀਂ ਗਏ, ਪਿੰਡ ਦੇ ਆਲੇ ਦੁਆਲੇ ਫਿਰ ਕੇ ਮੁਆਇਨਾ ਕੀਤਾ ਕਿ ਕਿਧਰੋਂ ਪਿੰਡ ਦੇ ਵਿੱਚੋਂ ਰਸਤਾ ਦੌੜਨ ਦਾ ਹੈ, ਕਿਸ ਪਾਸਿਓਂ ਪਿੰਡ 'ਚ ਕਿਵੇਂ ਮੋਰਚਾਬੰਦੀ ਹੋ ਸਕਦੀ ਹੈ, ਕਿਉਂਕਿ ਇੱਕ ਜਰਨੈਲ ਦਾ ਕੋਈ ਵੀ ਕਾਰਜ ਹੁੰਦਾ, ਜਦੋਂ ਜਿੱਥੇ ਉਹਨੇ ਲੜਨਾ ਹੁੰਦਾ ਹੈ, ਉਹ ਲੜਨ ਵਾਲੀ ਥਾਂ ਤੇ ਪਹਿਲਾਂ ਉੱਥੋਂ ਦਾ ਮੁਆਇਨਾ ਕਰਨਾ ਜਰਨੈਲ ਦੀ ਜ਼ਰੂਰਤ ਹੁੰਦੀ ਹੈ, ਵੇਖਣਾ
ਕਿ ਕਿਸ ਪਾਸਿਓਂ ਮੋਰਚਾ ਕਮਜ਼ੋਰ ਹੈ, ਕਿਸ ਪਾਸਿਓਂ ਮੋਰਚਾ ਇਹਨਾਂ ਦਾ ਪਰਪੱਕ ਹੈ, ਕਿੱਧਰੋਂ ਦੌੜ ਸਕਦੇ ਨੇ, ਪਿੰਡ ਦੇ ਵਿੱਚ ਆਉਣ ਵਾਲੇ ਰਸਤੇ ਕਿਹੜੇ-ਕਿਹੜੇ ਨੇ, ਉਹ ਸਾਰੀਆਂ ਚੀਜ਼ਾਂ ਚਾਰੇ ਪਾਸੇ ਫਿਰ ਕੇ ਕਲਗੀਧਰ ਜੀ ਨੇ ਪਿੰਡ ਦੇ ਵੇਖੀਆਂ ਹਨ। ਹੁਕਮ ਖਾਲਸੇ ਕੋ ਗੁਰ ਦੀਨ, ਵੇਖ ਕੇ ਸਾਰੇ ਪਿੰਡ ਦੀ ਪੜਤਾਲ ਕਰਕੇ ਕਲਗੀਧਰ ਜੀ ਨੇ ਆਪਣੇ ਖਾਲਸੇ ਨੂੰ, ਆਪਣੇ ਸੂਰਬੀਰ ਬਹਾਦਰ ਯੋਧੇ ਸਿੰਘਾਂ ਨੂੰ ਹੁਕਮ ਕੀਤਾ, ਹੱਥ ਦੁਸ਼ਟਨ ਲਿਓ ਵਸਤੂ ਛੀਨ। ਬਾਦਸ਼ਾਹ ਨੇ ਆਖਿਆ ਮਾਰੋ ਇਹਨਾਂ ਦੁਸ਼ਟਾਂ ਨੂੰ, ਸੋਧਾ ਲਾਓ। ਇਸ ਪਿੰਡ ਦੇ ਵਿੱਚ ਗੁੱਜਰ ਤੇ ਰੰਗੜ ਰਹਿੰਦੇ ਸੀ। ਇਹ ਗੁੱਜਰ ਤੇ ਰੰਗੜ ਸੰਗਤ ਨੂੰ ਤੰਗ ਕਰਦੇ ਸੀ। ਮਹਾਰਾਜ ਜੀ ਨੇ ਹੁਕਮ ਕੀਤਾ, ਖਾਲਸਾ ਜੀ ਲਾਓ ਸੋਧਾ ਇਹਨਾਂ ਦੁਸ਼ਟਾਂ ਨੂੰ, ਮਲੇਛਾਂ ਨੂੰ, ਔਰ ਜਿਹੜੀਆਂ ਵਸਤੂਆਂ ਇਹਨਾਂ ਨੇ ਸੰਗਤ ਕੋਲੋਂ ਖੋਈਆਂ ਨੇ ਉਹ ਵਾਪਸ ਲੈ ਲਵੋ। ਗੁੱਜਰ ਰੰਗਰ ਜੇ ਮਦ ਭਰੇ, ਸਤਿਗੁਰਾਂ ਦਾ ਹੁਕਮ ਹੋਇਆ, ਸਿੰਘ ਪਹਿਲਾਂ ਹੀ ਤਿਆਰੇ ਵਿੱਚ ਸਨ। ਇਸ ਪਿੰਡ ਦੇ ਵਿੱਚ ਜਿੰਨੇ ਗੁੱਜਰ ਤੇ ਰੰਗੜ ਨਾ ਚੜੇ ਸਿੰਘ ਸਭ ਦੇਖਣ ਕਰੇ, ਇਹ ਬੜੇ ਹੰਕਾਰੇ ਹੋਏ ਸੀ। ਅਕਸਰ ਇਹ ਸੰਗਤ ਦੇ ਨਾਲ ਖਹਾ ਖਈ ਰੱਖਦੇ ਸੀ। ਜਿਹੜਾ ਆਲਸੂਨ ਪਿੰਡ ਸੀ ਉਹ ਵੀ ਇਹਨਾਂ ਗੁੱਜਰਾਂ ਰੰਗੜਾਂ ਦਾ ਸੀ। ਬਜਰੂੜ, ਇਹਨਾਂ ਪਿੰਡਾਂ ਜਿਹੜੀਆਂ ਝਪਟਾਂ ਹੋਈਆਂ ਸਿੰਘਾਂ ਦੀਆਂ, ਇਹਨਾਂ ਗੁੱਜਰਾਂ ਤੇ ਰੰਗੜਾਂ ਨਾਲ ਹੋਈਆਂ। ਇਹ ਸਿੰਘਾਂ ਦੇ ਨਾਲ ਵੈਰ ਵਿਰੋਧ ਦੀ ਬਿਰਤੀ ਰੱਖਦੇ ਸੀ। ਪਹਾੜੀਆਂ ਨਾਲ ਇਹਨਾਂ ਦੀ ਸੰਧੀ ਸੀ, ਪਹਾੜੀ ਰਾਜਿਆਂ ਨਾਲ। ਤੋ ਇਹ ਹੰਕਾਰ ਦੇ ਵਿੱਚ ਮਸਤ ਸਨ। ਜਦੋਂ ਇਹਨਾਂ ਨੇ ਵੇਖਿਆ ਕਿ ਸਿੰਘ ਚੜ ਕੇ ਆ ਗਏ ਹਨ ਸਾਡੇ ਤੇ, ਗੈ ਗੈ ਸ਼ਸਤਰ ਸਦਨ ਦਰ ਠਾਂਡੇ, ਇਹ ਆਪਣੀਆਂ ਤਲਵਾਰਾਂ, ਢਾਲਾਂ, ਸ਼ਸਤਰ ਲੈ ਕੇ ਆਪਣੇ ਘਰਾਂ ਦੇ ਦਰਵਾਜ਼ਿਆਂ ਦੇ ਸਾਹਮਣੇ ਖਲੋ ਗਏ। ਲਰਬੇ ਕਾਰਨ ਹੋਏ ਕਰ ਗਾਡੇ, ਲੜਨ ਵਾਸਤੇ ਨਹੀਂ ਵੀ ਜੇ ਚਲੋ ਗਲਤੀ ਕੀਤੀ ਆ ਜਾ ਕੇ ਸਿੰਘਾਂ ਦੇ ਕੋਲ, ਖਾਲਸੇ ਦੇ ਕੋਲ ਜਾ ਕੇ ਮਾਫੀ ਮੰਗ ਲੈਂਦੇ, ਨਾਲੇ ਤਾਂ ਵਧੀਕੀ ਕੀਤੀ, ਨਾਲੇ ਲੜਨ ਨੂੰ ਤਿਆਰ ਹੋ ਗਏ ਤੇ ਸ਼ਸਤਰ ਪਕੜ ਕੇ ਲੜਨ ਵਾਸਤੇ ਅੱਗੋਂ ਸਾਰੀ ਵਿਉਂਤਬੰਦੀ ਨਾ ਰੰਗੜਾਂ ਤੇ ਗੁੱਜਰਾਂ ਬਣਾ ਲਈ। ਕੋ ਲਾਗੀ ਛੁੱਟਨ ਤੋਂ ਪੰਗਾ, ਬਸ ਹੁਣ ਕੋਈ ਬੰਦੂਕ ਚੱਲਣ ਲੱਗੀ, ਕਿਉਂਕਿ ਸੰਘਣਾ ਜੰਗ ਨਹੀਂ ਸੀ ਤੇ ਆਪੋ ਆਪਣੇ ਘਰਾਂ ਦੇ ਬੂਹਿਆਂ ਦੇ ਅੱਗੇ ਖਲੋਤੇ ਸਨ ਲੜਨ ਵਾਸਤੇ, ਇਕੱਠੇ ਹੋ ਕੇ ਨਹੀਂ ਸੀ ਆਏ। ਇਸ ਕਰਕੇ ਕੋਈ ਬੰਦੂਕ ਦੀ ਗੋਲੀ ਜਿਹੜੀ ਹੈ ਉਹ ਚੱਲਣ ਲੱਗੀ ਹੈ। ਤਬ ਸਿੰਘਨ ਜਾਣਿਓ ਇਹ ਜੰਗਾ, ਸਿੰਘਾਂ ਨੇ ਜਾਣ ਲਿਆ ਵੀ ਇਹ ਲੜਨ ਨੂੰ ਤਿਆਰ ਨੇ। ਅੱਗੋਂ ਜਿਹੜੇ ਬੰਦੂਕਾਂ ਦੀਆਂ ਗੋਲੀਆਂ ਦਾਗ ਰਹੇ ਨੇ ਇਹ ਲੜਨਗੇ। ਤੋ ਸਿੰਘਾਂ ਨੇ ਜਾਣ ਲਿਆ, ਖਾਲਸੇ ਨੇ ਜਾਣ ਲਿਆ ਕਿ ਹੁਣ ਜੰਗ ਹੋਵੇਗਾ। ਇੱਕ ਦਿਸ਼ ਤੇ ਤਿੰਨੋਂ ਉੱਪਰ ਪਰੇ, ਸਿੰਘਾਂ ਨੇ ਵੇਖਿਆ ਵੀ ਖਿੰਡ ਕੇ ਪੈਣ ਦੀ ਜ਼ਰੂਰਤ ਨਹੀਂ, ਇਹਨਾਂ ਦੇ ਇੱਕ ਪਾਸਿਓਂ ਹਮਲਾ ਕਰਨਾ ਪੈਣਾ। ਚਾਰੇ ਪਾਸਿਓਂ ਹਮਲਾ ਕਰਨਾ ਉਹ ਯੋਗ ਨਹੀਂ ਸੀ। ਉਹ ਸਿੰਘਾਂ ਦੀ ਗਿਣਤੀ ਵੀ, ਫੌਜ ਵੀ ਥੋੜੀ ਲਿਆਏ ਸਨ ਮਹਾਰਾਜ ਜੀ। 94 ਸਿੰਘ ਸਨ ਜਿਹੜੇ ਸਤਿਗੁਰਾਂ ਦੇ ਜਰਨੈਲੀ ਸੂਰਮੇ ਨੇ। ਇੱਕ ਪਾਸਿਓਂ ਪਿੰਡ ਦੇ ਵਿੱਚ ਹਮਲਾ ਕਰਨ ਲਈ ਤਿਆਰੀ ਕਰ ਲਈ। ਖੈਂਚੇ ਖੜਗ ਹਾਥ ਖਰ ਧਰੇ, ਸਿੰਘਾਂ ਨੇ ਤਲਵਾਰਾਂ ਧੂ ਲਈਆਂ। ਖਾਲਸੇ ਦੀ ਤੇਗ ਦਾ ਲੋਹਾ ਕਾਬਲ ਕੰਧਾਰ ਤੱਕ ਦੇ ਅਫਗਾਨੀ ਮੰਨਦੇ ਸਨ। ਮੁਗਲ ਮੰਨਦੇ ਸਨ ਵੀ ਤਲਵਾਰ ਦੀ ਜੰਗ ਇਹਨਾਂ ਤੋਂ ਅੱਛੀ ਕੋਈ ਨਹੀਂ ਕਰ ਸਕਦਾ। ਢਾਲ ਤਲਵਾਰ ਦੀ ਜੰਗ ਦੇ ਵਿੱਚ ਸਿੰਘ ਇਹੋ ਜੀ ਸੂਰਬੀਰਤਾ ਨਾਲ ਲੜਦੇ ਸਨ। ਇਤਿਹਾਸਕਾਰਾਂ ਨੇ ਲਿਖਿਆ ਕਿ ਵੈਰੀ ਦਲ ਦੇ ਸੂਰਮੇ ਆਪਣੀਆਂ ਉਂਗਲਾਂ ਦੰਦਾਂ ਥੱਲੇ ਚਬਾ ਲੈਂਦੇ ਸਨ ਕਿ ਤਲਵਾਰ ਏਦਾਂ ਵੀ ਚੱਲਦੀ ਹੈ। ਹੈਰਾਨ ਹੋ ਜਾਂਦੇ ਸੀ, ਕਿਉਂਕਿ ਸਿੰਘ ਜਦੋਂ ਲੜਦੇ ਸਨ ਤਲਵਾਰ ਢਾਲ ਲੈ ਕੇ, ਬੇਖੌਫ ਹੋ ਕੇ, ਮੌਤ ਦੀ ਪਰਵਾਹ ਨਾ ਕਰਦਿਆਂ ਲੜਦੇ ਸੀ। ਤੇ ਦੁਸ਼ਮਣ ਦੇ ਜਿਹੜੇ ਸੂਰਮੇ ਸਨ ਉਹ ਤਨਖਾਹਾਂ ਲੈਣ ਵਾਸਤੇ ਆਪਣੀਆਂ ਜਾਨਾਂ ਬਚਾ ਕੇ ਲੜਦੇ ਸੀ। ਸਿੰਘ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਲੜਦੇ ਸੀ। ਐਸਾ ਵਿਧਾਨ ਸੀ ਸਿੰਘਾਂ ਨੂੰ ਮਹਾਰਾਜ ਜੀ ਨੇ ਬਖਸ਼ਿਆ ਹੋਇਆ। ਤੋ ਸਿੰਘਾਂ ਨੇ ਕਿ ਜਰਵਾਣਿਆਂ ਨੂੰ ਦੰਡ ਦੇਣ ਵਾਸਤੇ ਬਣੀ ਹੈ। ਗਊ ਗਰੀਬ ਕੀ ਰੱਖਿਆ, ਜਰਵਾਣੇ ਕੀ ਭਖਿਆ। ਇਹਦੇ ਵਾਸਤੇ ਸਿੰਘਾਂ ਨੇ ਗਾਤਰੇ ਤਲਵਾਰਾਂ ਪਾਈਆਂ ਨੇ।
ਉਹ ਤਲਵਾਰਾਂ ਤੇ ਢਾਲਾਂ ਸਿੰਘਾਂ ਨੇ ਆਪਣੇ ਹੱਥਾਂ ਵਿੱਚ ਧਾਰਨ ਕੀਤੀਆਂ। ਗਾਡੇ ਖਰੇ ਅੰਗ ਤਿੰਨ ਕਾਟੇ। ਜਿਹੜਾ ਅੱਗੇ ਹੋ ਕੇ ਲੜਨ ਲਈ ਤਿਆਰ ਹੋ ਕੇ ਖੜਿਆ ਨਾ, ਵੀ ਅੱਗੋਂ ਲੜਿਆ, ਤੇ ਫਿਰ ਜਿਹੜਾ ਅੱਗੋਂ ਲੜਨ ਹੀ ਆ ਗਿਆ ਤੇ ਫਿਰ ਉਹਦਾ ਹੱਥ ਜੋੜ ਕੇ ਸਵਾਗਤ ਥੋੜੀ ਕਰੀਦਾ। ਜਿਹਨੇ ਠਾਣ ਕੇ ਆ ਗਿਆ, ਅੱਗੋਂ ਉਹਦੇ ਹੱਥ 'ਚ ਵੀ ਤਲਵਾਰ ਹੈ, ਬੰਦੂਕ ਹੈ, ਵੀ ਉਹ ਮਾਰਨ ਆ ਰਿਹਾ ਹੈ, ਤੇ ਉਹਦੇ ਅੱਗੇ ਹੱਥ ਜੋੜਨੇ ਤਾਂ ਨਹੀਂ ਨਾ ਬਣਦੇ। ਇਸ ਕਰਕੇ ਫਿਰ ਸਿੰਘਾਂ ਨੇ ਜਿਹੜਾ ਅੱਗੇ ਆ ਕੇ ਲੜਨ ਲਈ ਪਹੁੰਚਿਆ, ਬਸ ਝਟਕਤਾ ਉਹਨੂੰ ਉਸੇ ਵਕਤ। ਵੇਖਦਿਆਂ ਉਹਦਾ ਸੋਹਿਲਾ ਪੜ ਦਿੱਤਾ ਸਿੰਘਾਂ ਨੇ। ਹਲਾਹੂਲ ਕਰ ਸਗਰੇ ਡਾਟੇ। ਹਲਾਹੂਲ ਕਰਦਿਆਂ ਸਾਰੇ ਡਟ ਗਏ ਇੱਕਦਮ, ਜਿਵੇਂ ਕੋਈ ਬਹੁਤ ਜ਼ਿਆਦਾ ਭਿਆਨਕ ਜਿਹਾ ਜੰਗ ਬਣਦਾ, ਏਦਾਂ ਜੰਗ ਬਣ ਗਿਆ। ਕੁਛ ਕੁ ਤੁਫੰਗੇ ਤਿਨੋਂ ਚਲਾਈ। ਇਹਨਾਂ ਰੰਗੜਾਂ ਤੇ ਗੁਜਰਾਂ ਦੇ ਕੋਲ ਬੰਦੂਕਾਂ ਸੀ, ਇਹਨਾਂ ਨੇ ਕੁਝ ਕੁ ਬੰਦੂਕਾਂ ਚਲਾਈਆਂ। ਮਿਲੇ ਸਿੰਘ ਮਾਰੇ ਸਮੁਦਾਈ। ਪਰ ਸਿੰਘਾਂ ਦੇ ਹੱਲੇ ਅੱਗੇ ਇਹਨਾਂ ਦੀਆਂ ਬੰਦੂਕਾਂ ਨੇ ਕੀ ਕਰਨਾ ਸੀ। ਜਿਹੜਾ ਅੱਗੇ ਆ ਕੇ ਹੱਲੇ ਦੇ ਵਿੱਚ ਇਹਨਾਂ ਨੂੰ ਮਿਲਿਆ, ਟੱਕਰਿਆ, ਸਿੰਘਾਂ ਝਟਕ ਦਿੱਤਾ। ਤਬ ਰੰਗੜ ਉਮੜੇ ਇੱਕ ਦਿਸ਼ ਮੈਂ। ਜਿੰਨੇ ਪਿੰਡ ਦੇ ਰੰਗੜ ਸਨ, ਪਿੰਡ ਦੇ ਇੱਕ ਪਾਸੇ ਉਮੜ ਕੇ ਚਲੇ ਗਏ। ਸ਼ਸਤਰ ਪ੍ਰਹਾਰੇ ਬੋਏ ਰਿਸ ਮੈਂ। ਇਹ ਵੀ ਇਕੱਠੇ ਹੋ ਕੇ ਇੱਕ ਪਾਸਿਓਂ ਸ਼ਸਤਰਾਂ ਦੇ ਪ੍ਰਹਾਰ ਕਰਨ ਲੱਗੇ। ਪਹਿਲਾਂ ਤਾਂ ਕੱਲੇ ਹੀ ਲੜੀ ਜਾਂਦੇ ਸੀ ਦਰਵਾਜ਼ਿਆਂ ਮੂਹਰੇ, ਫਿਰ ਇਕੱਠੇ ਹੋ ਗਏ। ਇਕੱਠੇ ਹੋ ਕੇ ਇੱਕ ਪਾਸਿਓਂ ਇਹਨਾਂ ਨੇ ਹਮਲਾ ਕੀਤਾ ਤੇ ਸ਼ਸਤਰ ਚੱਲੇ। ਦੁਤੀਏ ਦਿਸ਼ਾ ਗੁਜਰ ਮਿਲ ਗਏ। ਕਿਉਂਕਿ ਦੋ ਜਾਤੀਆਂ ਦਾ ਪਿੰਡ ਸੀ, ਇੱਕ ਗੁਜਰਾਂ ਦਾ, ਇੱਕ ਰੰਗੜਾਂ ਦਾ। ਇੱਕ ਪਾਸਿਓਂ ਤਾਂ ਰੰਗੜ ਇਕੱਠੇ ਹੋ ਕੇ ਪੈ ਗਏ, ਇੱਕ ਪਾਸਿਓਂ ਗੁਜਰਾਂ ਨੇ ਆਪਣਾ ਟੋਲਾ ਬਣਾ ਲਿਆ ਤੇ ਇਕੱਠੇ ਹੋ ਕੇ ਆ ਗਏ। ਬ੍ਰਿੰਦ ਤੁਫੰਗ ਚਲਾਵਤ ਪਏ। ਏਦਾਂ ਬੰਦੂਕਾਂ ਦੀਆਂ ਗੋਲੀਆਂ ਦਗਣ ਲੱਗੀਆਂ, ਅਨੇਕਾਂ ਬੰਦੂਕਾਂ ਚੱਲਣ ਲੱਗੀਆਂ। ਲਾਗੀ ਸਿੰਘਨ ਅੰਗ ਤੁਫੰਗਨ। ਹੁਣ ਜਦੋਂ ਇਹਨਾਂ ਨੇ ਗੋਲੀਆਂ ਚਲਾਈਆਂ, ਕਈ ਸਿੰਘਾਂ ਨੂੰ ਵੀ ਗੋਲੀਆਂ ਵੱਜੀਆਂ। ਇੱਕਾ ਦੁੱਕਾ ਸਿੰਘ ਸ਼ਹੀਦ ਵੀ ਹੋਏ, ਕੁਝ ਸਿੰਘ ਜ਼ਖਮੀ ਹੋ ਗਏ। ਗਿਰੇ ਕਿਤ ਕੋਏ ਪ੍ਰਾਨਨ ਭੰਗਨ। ਕੁਝ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ। ਜਦੋਂ ਅੱਗੋਂ ਇਹਨਾਂ ਨੇ ਇਕੱਠਿਆਂ ਹੋ ਕੇ ਗੋਲੀਆਂ ਦਾਗ ਦਿੱਤੀਆਂ ਤੇ ਕੁਝ ਕੁ ਸਿੰਘ ਸ਼ਹੀਦ ਹੋਏ। ਕਰਿਓ ਖਾਲਸੇ ਨੇ ਤਬ ਹੱਲਾ। ਹੁਣ ਜਦੋਂ ਸਿੰਘਾਂ ਨੇ ਵੇਖਿਆ ਵੀ ਇਹ ਸਿਰੇ ਚੜ ਗਏ ਨੇ, ਤੋ ਖਾਲਸੇ ਨੇ ਫਿਰ ਆਪਣਾ ਪੂਰਾ ਜ਼ੋਰ ਦਾ ਹੱਲਾ ਕੀਤਾ। ਜੋ ਦੁਸ਼ਟਨ ਤੇ ਜਾਏ ਨਾ ਝੱਲਾ। ਹੁਣ ਜਦੋਂ ਖਾਲਸਾ ਹੱਲਾ ਕਰੇ ਤੇ ਫਿਰ ਕਿਹੜਾ ਝੱਲਣ ਵਾਲਾ, ਕੌਣ ਝੱਲ ਸਕਦਾ। ਇਹੋ ਜਿਹਾ ਜ਼ੋਰ ਦਾ ਹੱਲਾ ਕੀਤਾ ਖਾਲਸੇ ਨੇ, ਜਿਹੜਾ ਇਹਨਾਂ ਦੁਸ਼ਟਾਂ ਦੇ ਕੋਲੋਂ ਝੱਲਿਆ ਨਹੀਂ ਗਿਆ। ਜਵਾਲਾ ਬਮਣੀ ਤਾਜੀ ਕਬਾਰ। ਹੁਣ ਸਿੰਘਾਂ ਦੇ ਹੱਥਾਂ 'ਚ ਵੀ ਬੰਦੂਕਾਂ ਤੜਾ ਤੜੀ ਚੱਲ ਪਈ, ਉਹਨਾਂ ਵੀ ਬੰਦੂਕਾਂ ਦੀਆਂ ਗੋਲੀਆਂ ਚਲਾਈਆਂ। ਬਹੁਰ ਕਰੀ ਨੰਗੀ ਤਲਵਾਰ। ਦੂਰ ਖੜਿਆਂ ਨੂੰ ਤਾਂ ਗੋਲੀਆਂ ਨਾਲ ਪਾਰ ਬੁਲਾਇਆ, ਜਿਹੜੇ ਨੇੜੇ ਢੁਕੇ ਉਹਨਾਂ ਨੂੰ ਤਲਵਾਰਾਂ ਦੇ ਨਾਲ ਕੱਟ ਸੁੱਟਿਆ। ਕੀਰਤਨ ਕੇ ਸਿਰ ਵਿਖੇ ਲਗਾਈ। ਤਲਵਾਰਾਂ ਧੂ ਕੇ ਜਦੋਂ ਸਿੰਘ ਆਏ, ਖਾਲਸਾ ਆਇਆ, ਜਦੋਂ ਅੱਗੇ ਵਧਿਆ, ਕਈਆਂ ਦੇ ਸਿਰ ਵੱਢ ਕੇ ਉਹਨਾਂ ਦੇ ਧੜਾਂ ਨਾਲੋਂ ਵੱਖਰੇ ਕਰ ਦਿੱਤੇ। ਕਾਟ ਅੰਗ ਰਿਪਦਏ ਗਿਰਾਈ। ਬਹੁਤ ਸਾਰਿਆਂ ਮਲੇਛਾਂ ਦੇ, ਇਹਨਾਂ ਦੇ ਜਿਹੜੇ ਜਰਵਾਣੇ ਹੀ ਸਨ, ਇੱਕ ਪ੍ਰਕਾਰ ਦੇ ਜ਼ਾਲਮ, ਇਹਨਾਂ ਦੀਆਂ ਕਿਸੇ ਦੀਆਂ ਬਾਹਾਂ ਕੱਟ ਸੁੱਟੀਆਂ, ਕਿਸੇ ਦੀਆਂ ਲੱਤਾਂ ਕੱਟ ਵੱਢੀਆਂ। ਖਚਾ ਖਚ ਤਰਵਾਰੇ ਮਾਚੀ। ਤਲਵਾਰਾਂ ਦੀ ਖਚਾ ਖਚ ਜੰਗ ਹੋਣ ਲੱਗੀ। ਕਹਿੰਦੇ ਤਲਵਾਰਾਂ ਤੇ ਤਲਵਾਰਾਂ ਵੱਜਣ ਲੱਗੀਆਂ। ਭਾਈ ਅਰੁਣ ਸ਼੍ਰੋਣਤ ਸੰਗਰਾਚੀ। ਧਰਤੀ ਦੇ ਉੱਤੇ ਹੁਣ ਲਹੂ ਦੇ ਨਾਲ ਜਦੋਂ ਮਰਦਾ ਕੋਈ, ਕਿਸੇ ਨੂੰ ਗੋਲੀ ਵੱਜਦੀ ਹੈ, ਤਲਵਾਰ ਵੱਜਦੀ ਹੈ, ਨੇਜਾ ਬਰਛਾ ਵੱਜਦਾ ਹੈ, ਸਰੀਰ ਚੋਂ ਖੂਨ ਦੀਆਂ ਤਤੀਰੀਆਂ ਵਗਦੀਆਂ ਤੇ ਜ਼ਮੀਨ ਲਾਲ ਰੰਗੀ ਹੁੰਦੀ ਹੈ। ਕੇਤਕ ਕੇ ਸਿਰ ਕਾਟ ਗਿਰਾਏ। ਏਦਾਂ ਕਈਆਂ ਦੇ ਸਿਰ ਵੱਢ ਕੇ ਜ਼ਮੀਨ ਤੇ ਸੁੱਟ ਦਿੱਤੇ ਨੇ, ਜਿਹੜੇ ਖਿੱਦੂਆਂ ਵਾਂਗੂ ਰੁੜਦੇ ਫਿਰਦੇ ਹਨ। ਪਰੇ ਪ੍ਰਿਥੀ ਪਰ ਪ੍ਰਾਣ ਗਵਾਏ। ਕਈ ਗੁੱਜਰ, ਕਈ ਰੰਗੜ ਆਪਣੇ ਪ੍ਰਾਣ ਗਵਾ ਕੇ ਜ਼ਮੀਨ ਦੇ ਉੱਤੇ ਡਿੱਗੇ ਪਏ ਹਨ, ਮਾਨੋ ਜਿਸ ਜੈਸੇ
ਕਿਸੇ ਮਾਂ ਨੇ ਜਣੇ ਹੀ ਨਾ ਹੋਣ, ਪੈਦਾ ਹੀ ਨਾ ਕੀਤੇ ਹੋਣ। ਜੋ ਅਰ ਅਰ ਕਰ ਸ਼ਸਤਰ ਚਲਾਇਓ, ਜਿਨੇ ਵੀ ਅੱਗੇ ਅੜ ਕੇ ਆ ਕੇ ਸ਼ਸਤਰ ਚਲਾਇਆ ਸਿੰਘਾਂ ਦੇ ਸਨਮੁਖ, ਸੋ ਤਤ ਛਿਨਈ ਮਾਰ ਗਿਰਾਇਓ। ਤਤ ਛਿਨ ਉਸੇ ਵੇਲੇ ਹੀ ਉਹਨੂੰ ਮਾਰ ਸੁੱਟਿਆ, ਜ਼ਮੀਨ ਵਿੱਚ ਗਰਕ ਕਰ ਦਿੱਤਾ। 20-25 ਕਟੇ ਜਬ ਐਸੇ, ਏਦਾਂ ਜਦੋਂ 25-30 ਰੰਗੜ ਵੱਢੇ ਗਏ, ਗੁੱਜਰ ਵੱਢੇ ਗਏ। ਕਾਰਨ ਪਿਖੇ ਸਿੰਘ ਸਿੰਘ ਜੈਸੇ, ਦੇਖਿਆ ਉਹਨਾਂ ਨੇ ਸਿੰਘ ਬੜੇ ਭਿਆਨਕ ਰੂਪ ਵਿੱਚ ਨੇ। ਸਿੰਘਾਂ ਦੇ ਚਿਹਰੇ ਤੇ ਜਿਵੇਂ ਜਿਵੇਂ ਲੜਾਈ ਦਾ ਟਾਈਮ ਬੀਤ ਰਿਹਾ ਨਾ, ਸਿੰਘਾਂ ਦੇ ਚਿਹਰਿਆਂ ਤੇ ਜਲਾਲ ਤੇ ਵੀਰ ਰਸ ਵੀ ਤਿਵੇਂ ਤਿਵੇਂ ਵੱਧ ਰਿਹਾ ਹੈ। ਉਹਨਾਂ ਦੇ ਉਹ ਤਾਂ ਸਰੀਰ ਮਾਨੋ ਜਿਵੇਂ ਉਹਨਾਂ ਦੇ ਭਖੇ ਹੀ ਨਹੀਂ ਹਾਲੇ। ਪਹਿਲਾਂ 2-4 ਘੰਟੇ ਲੜਦਿਆਂ ਤਾਂ ਉਹਨਾਂ ਦੇ ਸਰੀਰ ਭਖੇ ਹੀ ਨੇ ਮਾਨੋ। ਮੁੜ ਕੇ ਫਿਰ ਜਦੋਂ ਐਨ ਵੀਰ ਰਸ ਦੇ ਵਿੱਚ ਸਿੰਘਾਂ ਦਾ ਜਲਾਲ ਇਹਨਾਂ ਨੇ ਵੇਖਿਆ, ਚਲੇ ਪਲਾਏ ਸਦਨ ਕੋ ਤਿਆਗੇ। ਘਰ ਛੱਡ ਕੇ ਇਹ ਨੂੰਹ ਪਿੰਡ ਦੇ ਜਿਹੜੇ ਵਸਿੰਦੇ ਸਨ, ਇਹ ਦੌੜਨ ਲੱਗੇ, ਭੱਜਣ ਲੱਗੇ। ਜਾਣਿਓ ਜਬੈ ਬਚੇ ਨੇ ਭਾਗੇ, ਇਹਨਾਂ ਨੇ ਇਹ ਵੀ ਜਾਣ ਲਿਆ ਵੀ ਹੁਣ ਜਦੋਂ ਭੱਜ ਕੇ ਜਾਂਦੇ ਤੇ ਬਾਹਰ ਫਿਰ ਫੌਜਾਂ ਖੜੀਆਂ ਮਹਾਰਾਜ ਜੀ ਦੇ ਸੂਰਮੇ। ਨਾ ਵੇਖਿਆ ਵੀ ਹੁਣ ਭੱਜ ਕੇ ਵੀ ਜਾਨ ਨਹੀਂ ਬਚਦੀ। ਸ਼ਸਤਰ ਗੇਰ ਕਰ ਜੋਰਤ ਪਏ, ਹੁਣ ਹਥਿਆਰ ਸੁੱਟ ਕੇ ਹੱਥ ਜੋੜ ਕੇ ਖਾਲਸੇ ਦੇ ਸਨਮੁਖ ਆਉਂਦੇ ਨੇ। ਤਜੀ ਧੀਰ ਕਾਤੁਰ ਹੋਏ ਗਏ, ਆਪਣਿਆਂ ਦਿਲਾਂ ਦੇ ਧੀਰਜ ਛੱਡ ਕੇ ਇਹ ਕਾਇਰ ਗੀਦੀ ਤੇ ਬੁਜਦਲ ਬਣ ਖਲੋਤੇ ਹਨ। ਗੁਰ ਕੀ ਦੋਈ ਊਚ ਪੁਕਾਰੀ, ਦੁਆਈ ਦਿੰਦੇ ਆ ਗੁਰੂ ਪਾਤਸ਼ਾਹ ਜੀ ਦੇ ਨਾਂ ਦੀ। ਖਾਲਸਾ ਜੀ ਤੁਹਾਨੂੰ ਗੁਰੂ ਦੀ ਦੁਆਈ ਆ, ਸਾਨੂੰ ਬਖਸ਼ ਲੋ। ਰੱਛੋ ਰੱਛੋ ਸ਼ਰਨ ਤਿਹਾਰੀ, ਰੱਖ ਲੋ ਗੁਰੂ ਸਾਹਿਬ ਨੂੰ ਆਵਾਜ਼ ਮਾਰ ਕੇ, ਮਹਾਰਾਜ ਜੀ ਰੱਖ ਲੋ ਅਸੀਂ ਤੁਹਾਡੀ ਸ਼ਰਨ ਵਿੱਚ ਹਾਂ। ਤਉ ਸਿੰਘ ਬੋਰਿਸ ਮੈਂ ਪਰੇ, ਇਹ ਅੱਗੋਂ ਜਦੋਂ ਏਦਾਂ ਕਹਿਣ ਲੱਗੇ, ਸਿੰਘ ਇੰਨੇ ਜ਼ਿਆਦਾ ਵੀਰ ਰਸ ਦੇ ਵਿੱਚ ਭਰੇ ਹੋਏ ਨੇ ਵੀ ਪਹਿਲਾਂ ਸਾਡੇ ਕੁਝ ਸਿੰਘ ਇਹਨਾਂ ਨੇ ਸ਼ਹੀਦ ਕਰ ਦਿੱਤੇ ਨੇ। ਜੇ ਪਹਿਲਾਂ ਹੀ ਨਾ ਲੜਦੇ, ਪਹਿਲਾਂ ਹੀ ਏਦਾਂ ਆਨ ਮੰਨ ਲੈਂਦੇ, ਗਲਤੀ ਮੰਨ ਲੈਂਦੇ, ਤੋ ਸਿੰਘਾਂ ਦਾ ਵੀਰ ਰਸ ਇੰਨਾ ਵਧਿਆ ਹੋਇਆ ਸੀ ਕਿ ਉਹਨਾਂ ਨੇ ਇਹਨਾਂ ਦੀਆਂ ਇਹ ਗੱਲਾਂ ਨਹੀਂ ਸੁਣੀਆਂ। ਹਤੇ ਸ਼ਸਤਰ ਨੇ ਤਜਬੋ ਕਰੇ, ਕਹਿੰਦੇ ਇਹਨਾਂ ਨੂੰ ਕਈਆਂ ਨੂੰ ਫੇਰ ਵੀ ਮਾਰ ਦਿੱਤਾ ਸਿੰਘਾਂ ਨੇ, ਕਈਆਂ ਨੂੰ ਝਟਕ ਦਿੱਤਾ। ਦਇਆ ਸਿੰਘ ਨੇ ਗੁਰੂ ਬਤਾਇਓ, ਉਹਨੇ ਯੋਗ ਨਹੀਂ ਸੀ। ਖਾਲਸੇ ਨੂੰ ਮਹਾਰਾਜ ਜੀ ਨੇ ਆਦਰਸ਼ ਸਿਖਾਇਆ ਹੈ ਕਿ ਸਿੰਘ ਨੇ ਨਿਹੱਥੇ ਦੇ ਉੱਤੇ ਵਾਰ ਨਹੀਂ ਕਰਨਾ। ਪਰ ਹੁਣ ਜਦੋਂ ਨਿਹੱਥੇ ਹੋ ਕੇ ਤਲਵਾਰਾਂ ਸੱਟ ਕੇ ਆ ਗਏ ਨੇ ਵੀ ਸਾਨੂੰ ਰੱਖ ਲੋ, ਕਈ ਸਿੰਘਾਂ ਨੇ ਉਹਨਾਂ ਨੂੰ ਵੀ ਝਟਕ ਦਿੱਤਾ। ਤੋ ਭਾਈ ਦਇਆ ਸਿੰਘ ਜੀ ਨੇ ਵੇਖਿਆ ਵੀ ਇਹ ਯੋਗ ਨਹੀਂ ਹੈ, ਇਹ ਖਾਲਸੇ ਦਾ ਆਦਰਸ਼ ਨਹੀਂ ਹੈ। ਤੋ ਭਾਈ ਦਇਆ ਸਿੰਘ ਜੀ ਨੇ ਕਲਗੀਧਰ ਜੀ ਦੇ ਕੋਲ ਆ ਕੇ ਹੱਥ ਜੋੜ ਕੇ ਬੇਨਤੀ ਕੀਤੀ, ਉਤ ਕੋ ਗਮਨੋ ਲੈ ਸੋ ਬਚਾਇਓ। ਮਹਾਰਾਜ ਜੀ ਕਿਰਪਾ ਕਰੋ ਉਧਰ ਚੱਲੋ, ਕਿਉਂਕਿ ਸਿੰਘ ਇੰਨੇ ਜ਼ਿਆਦਾ ਵੀਰ ਰਸ ਵਿੱਚ ਆਏ ਹੋਏ ਨੇ ਵੀ ਉਹ ਜਿਹੜੇ ਅੱਗੇ ਹੱਥ ਜੋੜ ਕੇ ਖਲੋਤੇ ਨੇ ਉਹਨਾਂ ਨੂੰ ਵੀ ਵੱਢੀ ਜਾਂਦੇ। ਤੇ ਆਪ ਜੀ ਨੇ ਖਾਲਸੇ ਨੂੰ ਆਦਰਸ਼ ਦਿੱਤਾ ਹੈ ਕਿ ਨਿਹੱਥੇ ਦੇ ਉੱਤੇ ਜਿਹੜਾ ਸ਼ਰਨ ਆ ਜੇ ਉਹਦੇ ਤੇ ਵਾਰ ਨਹੀਂ ਕਰਨਾ। ਆਪ ਜੀ ਕਿਰਪਾ ਕਰਕੇ ਉਧਰ ਚੱਲ ਕੇ ਮਹਾਰਾਜ ਆਪਣੇ ਖਾਲਸੇ ਨੂੰ ਰੋਕੋ। ਸੁਨ ਕਰ ਪਏ ਪਲਾਇਨ ਸਾਰੇ, ਕਲਗੀਧਰ ਜੀ ਜਿਹੜੇ ਬਹੁਤੇ ਲੜਾਕੇ ਗੁੱਜਰ ਰੰਗੜ ਸਨ ਉਹਨਾਂ ਵਿੱਚੋਂ ਕਈ ਨੱਠ ਗਏ ਨੇ, ਭੱਜ ਗਏ ਨੇ। ਪਹੁੰਚੇ ਤੈ ਜੈ ਪ੍ਰਭੂ ਨਿਹਾਰੇ, ਔਰ ਇਸ ਤਰ੍ਹਾਂ ਕਈ ਗੁੱਜਰ ਰੰਗੜ ਉੱਥੋਂ ਨੱਠ ਕੇ ਵੇਖਿਆ ਵੀ ਸਿੰਘ ਤਾਂ ਸਾਨੂੰ ਹੁਣ ਵੀ ਨਹੀਂ ਛੱਡਦੇ। ਪਤਾ ਲੱਗਾ ਵੀ ਕਲਗੀਧਰ ਜੀ ਬਾਹਰ ਖੜੇ ਨੇ, ਉਹ ਦੌੜ ਕੇ ਮਹਾਰਾਜ ਜੀ ਦੇ ਕੋਲ ਆਏ। ਗੁਰੂ ਦੁਹਾਈ ਕਰਤ ਉਚਾਰ, ਸਤਿਗੁਰੂ ਜੀ ਦਾ ਨਾਮ ਲੈ ਕੇ ਮਹਾਰਾਜ ਜੀ ਦੀ ਦੁਹਾਈ ਦਿੰਦੇ ਸਤਿਗੁਰਾਂ ਦੀ ਸ਼ਰਨ ਚ ਆਏ। ਉਤ ਸਿੰਘਨ ਬੋ ਕੀ ਨਸ ਮਾਰ, ਉਧਰ ਸਿੰਘਾਂ ਨੇ ਬਹੁਤ ਜ਼ਿਆਦਾ ਭਿਆਨਕ ਮਾਰ ਮਾਰੀ ਨਾ ਮਲੇਛਾਂ ਤੇ। ਜੋ ਗੁਰ ਸ਼ਰਨ ਜਾਏ ਕਰ ਪਰੇ, ਜਿਹੜੇ ਭੱਜ ਕੇ ਸਤਿਗੁਰੂ ਕਲਗੀਧਰ ਜੀ ਦੀ ਸ਼ਰਨ ਚ ਆ ਕੇ ਪੈ ਗਏ। ਬਚੇ ਸੋ ਅਰੇ ਪ੍ਰਾਨ ਤਿਨ ਹਰੇ, ਉਹਨਾਂ ਨੂੰ ਸਤਿਗੁਰਾਂ ਨੇ ਬਚਾ ਲਿਆ। ਸਿੰਘ ਆਏ, ਮਹਾਰਾਜ ਜੀ ਨੇ ਆਖਿਆ ਖਾਲਸਾ ਜੀ ਜਿਹੜਾ ਹਥਿਆਰ ਸੁੱਟ ਕੇ ਮੂੰਹ ਚ ਘਾਹ ਪਾ ਕੇ ਆਖੇ ਅਸੀਂ ਗਊਆਂ ਸਾਨੂੰ ਨਾ ਮਾਰੋ, ਉਹਦੇ ਤੇ ਤਲਵਾਰ ਦਾ ਵਾਰ ਨਹੀਂ ਕਰਨਾ ਅੱਗੇ ਤੋਂ।
ਆਦਰਸ਼ ਸਿਖਾ ਰਹੇ ਨੇ ਖਾਲਸੇ ਨੂੰ, ਕਿਉਂਕਿ ਹਾਲੇ ਖਾਲਸਾ ਸਾਜਿਆ ਕਲਗੀਧਰ ਪਾਤਸ਼ਾਹ ਨੇ। ਉਹਨਾਂ ਨੂੰ ਸਾਰੀ ਮਰਿਆਦਾ ਮਹਾਰਾਜ ਜੀ ਸਹਿਜੇ ਸਹਿਜੇ ਨਾਲ ਨਾਲ ਸਿਖਾ ਰਹੇ ਨੇ। ਆਖਿਆ ਖਾਲਸਾ ਜੀ ਇਹ ਸਾਡੀ ਸ਼ਰਨ ਆ ਗਏ ਨੇ। ਫਿਰ ਜਿਹੜੇ ਜਿਹੜੇ ਸਾਹਿਬ ਦੀ ਸ਼ਰਨ ਆਏ ਉਹ ਸਭ ਬਚ ਗਏ ਨੂੰਹ ਪਿੰਡ ਚੋਂ ਦੌੜ ਕੇ। ਜਿਹੜੇ ਸਿੰਘਾਂ ਦੇ ਅੱਗੇ ਅੜੇ ਉਹ ਸਾਰੇ ਝਾੜ ਦਿੱਤੇ। ਲੂਟਿਓ ਗ੍ਰਾਮ ਵਸਤ ਤਿੰਨ ਸਾਰੀ। ਔਰ ਉਹਨਾਂ ਦੇ ਘਰ ਵਿੱਚ ਜਿਹੜੀਆਂ ਵਸਤੂਆਂ ਸੰਗਤ ਦੀਆਂ ਖੋਈਆਂ ਹੋਈਆਂ, ਸਿੱਖਾਂ ਦੀਆਂ ਖੋਈਆਂ ਹੋਈਆਂ, ਹੁਣ ਕਿਹੜਾ ਪਛਾਣ ਆਉਂਦੀ ਸੀ ਵੀ ਜਿਹੜੀ ਸੰਗਤ ਦੀ ਕਿਹੜੀ ਹੈ, ਇਹਨਾਂ ਦੀ ਕਿਹੜੀ ਹੈ। ਵਿੱਚ ਇੱਕਾ ਦੁੱਕਾ ਉਹਨਾਂ ਦੀਆਂ ਵੀ ਕਹਿੰਦੇ ਨਾਲ ਜਦੋਂ ਲੁੱਟਮਾਰ ਹੁੰਦੀ ਹੈ ਇਸ ਪ੍ਰਕਾਰ ਨਾਲ ਸ਼ੇਰ ਪੰਜਾ ਹੁੰਦਾ ਹੈ ਖਾਲਸੇ ਦਾ। ਤੂੰ ਇਸ ਪ੍ਰਕਾਰ ਨਾਲ ਕਹਿੰਦੇ ਜੋ ਉਹਨਾਂ ਦੇ ਘਰ 'ਚ ਰਾਜ ਸਾਜ ਸੀ ਸਿੰਘਾਂ ਨੇ ਲੁੱਟ ਲਿਆ, ਭਾਵ ਜੋ ਸੰਗਤ ਦਾ ਸੀ ਉਹ ਲੈ ਲਿਆ। ਸਦਨ ਟਹਾਏ ਕੀਨ ਇੱਕ ਸਾਰੀ। ਡਾਂਡੇ ਦਿੱਤਾ, ਉਹਨਾਂ ਦੇ ਘਰ ਢਾਹ ਕੇ ਥੇ ਬਣਾ ਦਿੱਤੇ। ਪਤਾ ਕੀਤਾ ਵੀ ਇਹਨਾਂ ਵਿੱਚੋਂ ਜ਼ਿਆਦਾ ਕਿਹੜੇ ਸਨ ਸੰਗਤ ਨੂੰ ਪਰੇਸ਼ਾਨ ਕਰਨ ਵਾਲੇ। ਜਿਨ੍ਹਾਂ ਨੇ ਵਧੀਕੀ ਵੱਧ ਕੀਤੀ ਸੀ ਉਹਨਾਂ ਦੇ ਘਰ ਵੀ ਢਾਹ ਦਿੱਤੇ ਵੀ ਇੱਥੇ ਇਹਨਾਂ ਨੂੰ ਵਸਣ ਹੀ ਨਹੀਂ ਦੇਣਾ ਆਨੰਦਪੁਰ ਸਾਹਿਬ ਦੇ ਨੇੜੇ ਪਾਪੀਆਂ ਨੂੰ। ਘਰ ਢਾਹ ਕੇ ਉਹਨਾਂ ਦੇ ਕੱਚੇ ਹੀ ਘਰ ਹੁੰਦੇ ਸਨ, ਕੋਈ ਇੰਨੇ ਮਜ਼ਬੂਤ ਘਰ ਹੋਣੇ ਸਨ ਵੀ ਜਿਹੜੇ ਢਾਣੇ ਔਖੇ ਸੀ। ਮਿੰਟਾਂ ਸਕਿੰਟਾਂ ਵਿੱਚ ਵੀ ਘਣਾ ਦੁਆਲਾਂ ਦੇ ਨਾਲ ਉਹ ਘਰ ਢਾਹ ਦਿੱਤੇ। ਦਈ ਸਜਾਏ ਸਬਨ ਕੋ ਐਸੀ। ਏਦਾਂ ਇਹਨਾਂ ਨੂੰ ਪਿੰਡ ਵਾਲਿਆਂ ਨੂੰ ਸਜ਼ਾ ਦਿੱਤੀ ਹੈ, ਇਹਨਾਂ ਦੀ ਕਰਨੀ ਦਾ ਫਲ ਭੁਗਤਾਇਆ। ਸੰਗਤ ਸੰਗ ਕੀਨ ਤਿਨ ਜੈਸੀ। ਜਿਵੇਂ ਸਤਿਗੁਰਾਂ ਦੀ ਸੰਗਤ ਦੇ ਨਾਲ ਇਹਨਾਂ ਨੇ ਕੀਤਾ ਸੀ ਉਦਾਂ ਇਹਨਾਂ ਨਾਲ ਕੀਤਾ ਗਿਆ। ਜਿਵੇਂ ਸਤਿਗੁਰੂ ਜੀ ਦੇ ਸਿੱਖਾਂ ਦੇ ਨਾਲ ਇਹਨਾਂ ਨੇ ਕੀਤਾ ਉਸੇ ਤਰ੍ਹਾਂ ਇਹਨਾਂ ਨਾਲ ਕੀਤਾ ਗਿਆ। ਪਹੁੰਚੇ ਨਿਕਟ ਗੇਰ ਹਥਿਆਰ। ਹਥਿਆਰ ਸੁੱਟ ਕੇ ਜਿੰਨੇ ਗੁੱਜਰ ਰੰਗੜ ਜਿਹੜੇ ਬਚੇ ਸਨ ਇਹ ਕਲਗੀਧਰ ਜੀ ਦੇ ਚਰਨਾਂ ਦੀ ਸ਼ਰਨ ਚ ਆ ਗਏ। ਸੋ ਪ੍ਰਭ ਲੀਏ ਬਚਾਏ ਗਵਾਰ। ਇਹਨਾਂ ਗਵਾਰਾਂ ਨੂੰ ਸਤਿਗੁਰੂ ਜੀ ਨੇ ਬਚਾ ਲਿਆ ਜਿਹੜੇ ਸ਼ਰਨ ਵਿੱਚ ਆ ਗਏ। ਆਗੇ ਕੋ ਤਿਨ ਸੰਗ ਉਚਾਰਾ। ਹੋਰ ਅੱਗੇ ਵਾਸਤੇ ਤਿਨਾਂ ਪ੍ਰਤੀ ਕਲਗੀਧਰ ਜੀ ਨੇ ਹੁਕਮ ਕੀਤਾ, ਕਹਿਣ ਲੱਗੇ ਪੁਨ ਜੇ ਕਰੋ ਅਪਰਾਧ ਹਮਾਰਾ। ਆਖਿਆ ਜੇ ਤੁਸਾਂ ਨੇ ਅੱਗੇ ਤੋਂ ਕੋਈ ਸਾਡਾ ਅਪਰਾਧ ਕੀਤਾ ਜਾਂ ਸਾਡੇ ਕਿਸੇ ਸਿੱਖ ਦੀ ਤਤੀ ਵਾਹ ਵੱਲ ਵੀ ਵੇਖਿਆ ਤਾਂ ਹਿਸਾਬ ਲਾ ਲਿਓ ਵੀ ਹੁਣ ਤਾਂ ਛੱਡ ਕੇ ਚੱਲੇ ਆ, ਨਹੀਂ ਤਾਂ ਫਿਰ ਬੜਾ ਭਿਆਨਕ ਦੰਡ ਤੁਹਾਨੂੰ ਦਿੱਤਾ ਜਾਵੇਗਾ ਕਿ ਤੁਹਾਡੀਆਂ ਕਈ ਪੁਸ਼ਤਾਂ ਸਿੰਘਾਂ ਦੇ ਨਾਲ ਲੜਨ ਤੋਂ ਡਰਿਆ ਕਰਨਗੀਆਂ। ਤਤ ਛਿਨ ਕਰੇ ਵਿਨਾਸ਼ ਤੁਮਾਰਾ। ਤਤ ਛਿਨ ਤੁਹਾਡਾ ਵਿਨਾਸ਼ ਕਰ ਦਿਆਂਗੇ ਜੇ ਕਿਤੇ ਮੁੜ ਕੇ ਸਾਡਿਆਂ ਸਿੱਖਾਂ ਨੂੰ ਪਰੇਸ਼ਾਨ ਕੀਤਾ। ਬਚੋ ਨਹੀਂ ਕਿਸ ਯਤਨੇ ਉਦਾਰਾ। ਫਿਰ ਜਿੰਨੇ ਮਰਜ਼ੀ ਯਤਨ ਕਰ ਲਿਓ ਫਿਰ ਨਹੀਂ ਬਚ ਸਕੋਗੇ। ਐਸਾ ਨਹੀਂ ਵੀ ਹੁਣ ਸ਼ਰਨ ਆ ਗਏ ਤੇ ਬਚਾ ਲਿਆ ਤੁਹਾਨੂੰ, ਮੁੜ ਕੇ ਫਿਰ ਗੁਨਾਹ ਕਰੋ ਤੇ ਫਿਰ ਆਖੋ ਜੀ ਅਸੀਂ ਤੁਹਾਡੀ ਸ਼ਰਨ ਚ ਆ ਗਏ ਸਾਨੂੰ ਬਚਾ ਲਓ, ਫਿਰ ਨਹੀਂ ਮੈਂ ਬਚਾਉਣਾ। ਇੱਕ ਵਾਰੀ ਪਹਿਲੀ ਗਲਤੀ ਤੁਹਾਡੀ ਖਿਮਾ ਕਰ ਰਹੇ ਹਾਂ, ਤੁਸੀਂ ਸ਼ਰਨ ਆ ਗਏ ਹੋ। ਐਸਾ ਨਹੀਂ ਕਿ ਹੁਣ ਜਦੋਂ ਦੁਬਾਰਾ ਤੁਸੀਂ ਫਿਰ ਮਾੜਾ ਕੰਮ ਕਰੋ, ਸਿੱਖਾਂ ਨੂੰ ਤੰਗ ਕਰੋ, ਸਿੱਖਾਂ ਦੇ ਕੋਲੋਂ ਲੁੱਟ ਖੋਹ ਕਰੋ ਤੇ ਅਸੀਂ ਆਈਏ ਤੁਸੀਂ ਫਿਰ ਸ਼ਰਨ ਚ ਆਓ, ਫਿਰ ਨਹੀਂ ਤੁਹਾਡੀ ਰੱਖਿਆ ਹੋਣੀ। ਫਿਰ ਤਾਂ ਤਤ ਛਿਨ ਇਹ ਹੁਕਮ ਹੋਵੇਗਾ ਸਾਡਾ ਸਾਡੇ ਸਿੰਘਾਂ ਨੂੰ ਕਿ ਇਹਨਾਂ ਦਾ ਨਾਸ਼ ਕਰ ਦਿਓ। ਇਸ ਬਿਦ ਗ੍ਰਾਮ ਲੂਟ ਕਰ ਆਏ। ਇਸ ਪ੍ਰਕਾਰ ਨਾਲ ਮਹਾਰਾਜ ਜੀ ਨੇ ਨੂਹ ਪਿੰਡ ਨੂੰ ਦੰਡ ਦਿੱਤਾ ਹੈ। ਇਹ ਪਿੰਡ ਦਾ ਨਾਮ ਨੂਹ ਹੈ। ਇਸ ਨੂਹ ਪਿੰਡ ਨੂੰ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਇਹਨਾਂ ਦੀ ਕੀਤੀ ਕਰਨੀ ਦਾ ਦੰਡ ਭੁਗਤਾਇਆ ਹੈ। ਹਤ ਰੰਗਰ ਗੁਜਰ ਸਮੁਦਾਏ। ਜਿੰਨੇ ਗੁੱਜਰ ਰੰਗੜ ਸਨ ਜ਼ਿਆਦਾ ਮਲੇਸ਼ ਤੇ ਜਰਵਾਣੇ ਉਹਨਾਂ ਨੂੰ ਸੋਧਾ ਲਾਇਆ ਹੈ। ਬੌਰ ਅਖੇਰ ਬ੍ਰਿਤ ਕੁਛ ਕੀਨੋ। ਉਥੋਂ ਮਹਾਰਾਜ ਜੀ ਵਾਪਸ ਪਰਤੇ ਨੇ, ਕੁਝ ਜ਼ਖਮੀ ਸਿੰਘਾਂ ਨੂੰ ਘਰ ਪਹੁੰਚਦਾ ਕੀਤਾ ਹੈ। ਸਤਿਗੁਰੂ ਜੀ ਸ਼ਿਕਾਰ ਖੇਡਦੇ ਹੋਏ ਵਾਪਸ ਸ੍ਰੀ ਅਨੰਦਪੁਰ ਸਾਹਿਬ ਨੂੰ ਆ ਰਹੇ ਨੇ। ਕੁਝ ਸਮਾਂ ਸ਼ਿਕਾਰ ਖੇਡਿਆ, ਨੂਹ ਦੇ ਇਲਾਕੇ ਦੇ ਵਿੱਚ ਉਸ ਪਾਸੇ ਜੰਗਲੀ ਇਲਾਕੇ ਦੇ ਵਿੱਚ ਵਿਚਰੇ ਨੇ ਔਰ ਸ਼ਿਕਾਰ ਖੇਡਿਆ ਕਲਗੀਧਰ ਪਾਤਸ਼ਾਹ ਨੇ। ਸ੍ਰੀ ਪ੍ਰਭ ਬਨ ਮੈਂ ਵਿਚਰਨ ਕੀਨੋ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਨ ਵਿੱਚ ਜੰਗਲ ਵਿੱਚ ਦੂਰ ਦੂਰ ਤੱਕ ਵਿਚਰੇ ਨੇ। ਸਿੱਖਾਂ ਨੇ ਕਵਾਇਦ ਕੀਤੀ ਹੈ, ਸ਼ਸਤਰਾਂ ਦਾ ਅਭਿਆਸ ਕੀਤਾ ਹੈ, ਸ਼ਿਕਾਰ ਖੇਡਿਆ ਹੈ।
ਸ਼ੂਕਰ ਸਸੇ ਚੰਖਾਰ ਬਡੇਰੇ। ਸ਼ਿਕਾਰ ਵਿੱਚ ਕਿਹੜੇ ਕਿਹੜੇ ਜੀਵ ਮਾਰੇ ਨੇ? ਸੂਕਰ, ਜੰਗਲੀ ਸੂਰ। ਜੰਗਲੀ ਸੂਰ ਦਾ ਸ਼ਿਕਾਰ ਖੇਡਣਾ ਵਿਹਤ ਦੱਸਿਆ ਖਾਲਸੇ ਦੇ ਰਹਿਤ ਮਰਿਆਦਾ ਦੇ ਜੋ ਪੁਰਾਤਨ ਗ੍ਰੰਥ ਮਿਲਦੇ ਨੇ ਕਿ ਜੰਗਲੀ ਸੂਰ ਦਾ ਸ਼ਿਕਾਰ ਖੇਡਿਆ। ਇਸੇ ਤਰ੍ਹਾਂ ਚੰਖਾਰ, ਬਾਰਾ ਸਿੰਘੇ, ਪਾੜੇ, ਸਹੇ, ਇਹ ਜਿਹੜੇ ਜੰਗਲੀ ਜਾਨਵਰ ਨੇ ਇਹਨਾਂ ਦਾ ਸ਼ਿਕਾਰ ਖੇਡਿਆ ਹੈ। ਇਤਿਆ ਮਿਖ ਕੇ ਹਤੇ ਕਨੇਰੇ। ਇਹਨਾਂ ਦਾ ਕਹਿੰਦੇ ਸ਼ਿਕਾਰ ਕਰਕੇ ਨਾਲੇ ਵੱਧ ਕੀਤਾ ਹੈ, ਨਾਲੇ ਇਹਨਾਂ ਨੂੰ ਮੁਕਤ ਕੀਤਾ ਹੈ। ਛਤਰੀ ਬਿਰਤੀ ਸੂਰਮਿਆਂ ਨੇ ਪਾਲੀ ਹੈ। ਲਗੇ ਸਿਖਾਵਨ ਜੰਗ ਪ੍ਰਸੰਗ। ਮਹਾਰਾਜ ਜੀ ਸਿੰਘਾਂ ਨੂੰ ਜੰਗ ਦੀ ਟ੍ਰੇਨਿੰਗ ਦਿੰਦੇ ਆ ਨਾਲ ਨਾਲ। ਅੱਜ ਦੇ ਇਸ ਜੰਗ ਦੇ ਦੌਰਾਨ ਜਿਹੜੀਆਂ ਕਮੀਆਂ ਪੇਸ਼ੀਆਂ ਸਨ ਜੋ ਮਹਾਰਾਜ ਜੀ ਨੇ ਵੇਖੀਆਂ ਨੇ ਉਹ ਵੇਖ ਕੇ ਸਿੰਘਾਂ ਨੂੰ ਦੱਸਦੇ ਨੇ। ਜੋ ਸਿੰਘਾਂ ਦੇ ਵੱਲੋਂ ਖੂਬੀ ਕੀਤੀ ਸੀ, ਜੰਗ ਦੇ ਦੌਰਾਨ ਬਹਾਦਰੀ ਕੀਤੀ ਸੀ, ਉਹਦੀ ਸ਼ਲਾਘਾ ਕੀਤੀ ਹੈ। ਅਗਰ ਜੇ ਕੋਈ ਕਮੀ ਪੇਸ਼ੀ ਆਈ ਹੈ ਹਮਲਾ ਕਰਦਿਆਂ, ਜੰਗ ਕਰਦਿਆਂ, ਹੱਲਾ ਕਰਦਿਆਂ, ਉਹ ਵੀ ਮਹਾਰਾਜ ਜੀ ਨੇ ਦੱਸਿਆ ਤੇ ਟ੍ਰੇਨਿੰਗ ਦਿੰਦੇ ਆ ਵੀ ਜੇ ਕਿਤੇ ਇਸ ਤਰ੍ਹਾਂ ਦਾ ਮਾਹੌਲ ਬਣ ਜੇ, ਏਦਾਂ ਦੀ ਪਰਿਸਥਿਤੀ ਬਣ ਜੇ ਤੇ ਕਿਵੇਂ ਲੜਨਾ, ਕਿਵੇਂ ਜੰਗ ਕਰਨਾ। ਕਲਗੀਧਰ ਪਾਤਸ਼ਾਹ ਖੁਦ ਆਪਣੇ ਸਿੰਘਾਂ ਨੂੰ ਉਹ ਸਾਰੀ ਵਿੱਦਿਆ ਦਿੰਦੇ ਹਨ ਜੰਗ ਲੜਨ ਨੂੰ। ਔਰ ਜੰਗ ਲੜਨ ਦੀ ਸਾਰੀ ਵਿਉਂਤਬੰਦੀ ਦੱਸਦੇ ਨੇ। ਸ਼ਸਤਰਾਂ ਦਾ ਜਿਹੜਾ ਵਾਰ ਨੇ ਉਹ ਮਹਾਰਾਜ ਜੀ ਸਿੰਘਾਂ ਨੂੰ ਸਿਖਾਉਂਦੇ। ਖਾਲਸਾ ਜੀ ਜਿਹੜੇ ਸਿੰਘਾਂ ਦੇ ਪੁਰਾਤਨ ਵਾਰ ਨੇ ਸ਼ਸਤਰਾਂ ਦੇ, ਉਹ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸੀਨਾ ਬਸੀਨਾ ਅੱਜ ਤੱਕ ਚੱਲਦੇ ਆ ਰਹੇ ਨੇ ਪੁਰਾਣੇ ਸਿੰਘਾਂ ਦੇ ਕੋਲ। ਜਿਹੜੀ ਅੱਜ ਕੱਲ ਹੋਰ ਆ ਸ਼ਸਤਰ ਵਿੱਦਿਆ ਦੀਆਂ ਗੇਮਾਂ ਹੁੰਦੀਆਂ ਨੇ, ਇਹ ਫੈਂਸ ਦੇ ਸਮਾਨ ਨਹੀਂ ਹੁੰਦੀਆਂ। ਜਿਵੇਂ ਫੈਂਸ ਖੇਡੀ ਜਾਂਦੀ ਆ ਉਹਦੇ ਮੁਤਾਬਕ ਹੀ ਇਹਦੇ ਵਾਰ ਨੇ। ਅਸਲੀ ਜਿਹੜੇ ਜੰਗੀ ਵਾਰ ਨੇ, ਪੁਰਾਤਨ ਵਿੱਦਿਆ ਜਿਹੜੇ ਉਸਤਾਦ ਨੇ, ਉਹ ਆਪਣੇ ਸਿੰਘਾਂ ਨੂੰ ਗੁਪਤ ਪਹਿਰੇ ਦੇ ਵਿੱਚ ਦਿੰਦੇ ਹਨ, ਕਿਉਂਕਿ ਉਹਦਾ ਪ੍ਰਦਰਸ਼ਨ ਜਿਹੜਾ ਹੈ ਉਹ ਆਮ ਸਟੇਜਾਂ ਤੇ ਨਹੀਂ ਕੀਤਾ ਜਾਂਦਾ, ਤਾਂ ਜੋ ਜਿਹੜੇ ਖਾਲਸੇ ਦੇ ਵਾਰ ਨੇ ਉਹ ਦੁਸ਼ਮਣ ਤੱਕ ਨਾ ਪਹੁੰਚਣ। ਉਹ ਵਿੱਦਿਆ ਕੇਵਲ ਖਾਲਸੇ ਦੇ ਵਿੱਚ, ਸਿੰਘਾਂ ਦੇ ਵਿੱਚ ਹੀ ਰਹੇ। ਤੋ ਇਸ ਪ੍ਰਕਾਰ ਨਾਲ ਉਹ ਵਾਰ ਅੱਜ ਵੀ ਬਹੁਤ ਸਾਰੇ ਵਾਰ ਨੇ ਐਸੇ ਪੁਰਾਤਨ ਉਸਤਾਦ ਦੱਸਦੇ ਹਨ ਕਿ ਉਹ ਵਾਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਸਿੱਖਾਂ ਦੇ ਵਿੱਚ ਜਿਹੜੇ ਚੱਲਦੇ ਆਏ, ਕਲਗੀਧਰ ਜੀ ਨੇ ਜਿਹੜੇ ਸਿੰਘਾਂ ਨੂੰ ਦਿੱਤੇ। ਤੋ ਇਸ ਤਰ੍ਹਾਂ ਸ਼ਸਤਰ ਚਲਾਉਣ ਦਾ ਅਭਿਆਸ ਔਰ ਇਹਦੇ ਤੋਂ ਇਲਾਵਾ ਜੰਗ ਯੁੱਧ ਦੀਆਂ ਨੀਤੀਆਂ ਉਹ ਮਹਾਰਾਜ ਜੀ ਸਿੰਘਾਂ ਨੂੰ ਸਿਖਾਉਂਦੇ ਆ। ਕਈ ਪ੍ਰਸੰਗ ਸੁਣਾਉਂਦੇ ਵੀ ਫਲਾਣੀ ਥਾਂ ਤੇ ਇਦਾਂ ਜੰਗ ਹੋਇਆ, ਉਸ ਜੰਗ ਵਿੱਚ ਆਹ ਨੀਤੀ ਵਰਤੀ ਗਈ ਸੀ, ਉੱਥੇ ਇਸ ਪ੍ਰਕਾਰ ਨਾਲ ਲੜਿਆ ਗਿਆ ਸੀ। ਉਹ ਜੰਗ ਦੀਆਂ ਨੀਤੀਆਂ ਦਾ ਵਰਣਨ ਗੁਰੂ ਕਲਗੀਧਰ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ 'ਚ ਕੀਤਾ। ਜਿਹੜੇ ਜੰਗੀ ਪ੍ਰਸੰਗ ਮਹਾਰਾਜ ਜੀ ਨੇ ਦਸਮ ਗ੍ਰੰਥ ਸਾਹਿਬ ਦੇ ਵਿੱਚ ਲਿਖੇ ਨੇ, ਉਹਨਾਂ ਜੰਗੀ ਪ੍ਰਸੰਗਾਂ ਦੇ ਵਿੱਚ ਗੁਰਦੇਵ ਨੇ ਉਹ ਜੰਗ ਕਿਵੇਂ ਕਿਵੇਂ ਲੜੇ ਜਾਂਦੇ ਰਹੇ ਨੇ, ਕਿਸ ਪ੍ਰਕਾਰ ਦੀ ਵਿਉਂਤਬੰਦੀ ਨਾਲ ਲੜੇ ਜਾਂਦੇ ਰਹੇ ਨੇ, ਉਹਦੇ ਵਿੱਚ ਬਹੁਤ ਗੂੜੀਆਂ ਨੀਤੀਆਂ ਜਿਹੜੀਆਂ ਨੇ ਜੰਗਾਂ ਯੁੱਧਾਂ ਦੇ ਸਮੇਂ ਦੀਆਂ ਮਹਾਰਾਜ ਜੀ ਨੇ ਵਰਣਨ ਕੀਤੀਆਂ। ਸਿੰਘ ਉਸ ਵਿਦਿਆ ਨੂੰ ਪੜ੍ਹ ਕੇ ਉਹਦੇ ਤੋਂ ਲਾਭ ਲੈਂਦੇ ਰਹੇ ਹਨ। ਤੋ ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪਣੇ ਸਿੰਘਾਂ ਨੂੰ, ਆਪਣੇ ਖਾਲਸੇ ਨੂੰ ਪੂਰਨ ਤੌਰ ਤੇ ਟ੍ਰੇਨਿੰਗ ਦਿੰਦੇ ਨੇ ਕਿ ਕਿਵੇਂ ਲੜਿਆ ਜਾਂਦਾ ਹੈ। ਅੱਜ ਦੇ ਇਸ ਜੰਗ ਦੇ ਦੌਰਾਨ ਤੁਹਾਡੀ ਕਮੀ ਕੀ ਸੀ, ਅੱਜ ਦੇ ਇਸ ਜੰਗ ਦੇ ਦੌਰਾਨ ਤੁਹਾਡੀ ਖੂਬੀ ਕੀ ਸੀ, ਉਹ ਵੀ ਕਲਗੀਧਰ ਜੀ ਦੱਸਦੇ ਹਨ। ਸ਼ਸਤਰ ਹਤਨ ਕੇ ਜਿਮੋਏ ਢੰਗ। ਸ਼ਸਤਰਾਂ ਨੂੰ ਚਲਾਉਣ ਦੇ ਜਿਹੜੇ ਤੌਰ ਤਰੀਕੇ ਹੁੰਦੇ ਨੇ, ਸ਼ਸਤਰਾਂ ਨੂੰ ਕਿਸ ਤਰੀਕੇ ਨਾਲ ਚਲਾਇਆ ਜਾਣਾ, ਵਾਰ ਕਿਵੇਂ ਕੀਤੇ ਜਾਣੇ ਨੇ। ਤਲਵਾਰ ਦੇ ਖਾਲਸੇ ਦੇ ਜਿਹੜੇ ਵਾਰ ਨੇ ਤੇ ਆਮ ਕਰਕੇ ਜਿਹੜੇ ਆ ਹੋਰ ਪਾਸੇ ਵਾਰ ਕੀਤੇ ਜਾਂਦੇ ਆ ਤਲਵਾਰਾਂ ਦੇ, ਉਹ ਫਰਕ ਨੇ, ਉਹਨਾਂ ਵਾਰਾਂ ਦੇ ਵਿੱਚ ਫਰਕ ਹੈ। ਤੋ ਖਾਲਸਾਈ ਵਾਰ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਂ ਨੂੰ ਦੱਸਦੇ ਨੇ ਕਿ ਬਰਛੇ ਦੇ ਵਾਰ ਕਿਵੇਂ ਕਰਨੇ ਨੇ, ਤਲਵਾਰ ਦਾ ਵਾਰ ਕਿਵੇਂ ਕਰਨਾ, ਢਾਲ ਦੀ ਵਰਤੋਂ ਕਿਵੇਂ ਕਰਨੀ ਹੈ, ਬੰਦੂਕ ਦਾ ਨਿਸ਼ਾਨਾ ਕਿਵੇਂ ਲਾਉਣਾ ਹੈ, ਤੀਰ ਅੰਦਾਜ਼ੀ ਦੀ ਵਿਦਿਆ ਮਹਾਰਾਜ ਸੱਚੇ ਪਾਤਸ਼ਾਹ, ਏਦਾਂ ਸਾਰੇ ਸ਼ਸਤਰਾਂ ਦੇ ਵਾਰ, ਅਸਤਰਾਂ ਦੇ ਵਾਰ ਉਹ ਆਪਣੇ ਸਿੰਘਾਂ ਨੂੰ ਸਿਖਾਉਂਦੇ ਹਨ। ਬਜੇ ਅਗਰ ਰਣਜੀਤ ਨਗਾਰਾ। ਇਸ ਤਰ੍ਹਾਂ ਸਿੱਖਿਆ ਸਿਖਾਉਂਦੇ, ਬਚਨ ਬਿਲਾਸ ਕਰਦਿਆਂ ਕਲਗੀਧਰ ਜੀ ਆ ਰਹੇ ਨੇ ਸਤਿਗੁਰਾਂ ਦੇ ਸਨਮੁਖ ਅੱਗੇ ਅੱਗੇ
ਰਣਜੀਤ ਨਗਾਰਾ ਵੱਜਦਾ ਰਿਹਾ। ਗਰਜਤ ਸਕਲ ਗਿਰਨ ਕੀ ਧਾਰਾ। ਰਣਜੀਤ ਨਗਾਰੇ ਦੀ ਗਰਜ 22 ਧਾਰ ਦੀਆਂ ਰਿਆਸਤਾਂ ਦੇ ਰਾਜਿਆਂ ਦੇ ਘਰਾਂ ਦੇ ਵਿੱਚ ਸੁਣਾਈ ਦਿੰਦਾ ਹੈ। 22 ਧਾਰ ਦੀਆਂ ਰਿਆਸਤਾਂ ਬੜੀ ਦੂਰ ਤੱਕ ਫੈਲੀਆਂ ਹੋਈਆਂ ਹਨ। ਉਹਨਾਂ ਰਿਆਸਤਾਂ ਦੇ ਵਿੱਚ ਕਹਿੰਦੇ ਨਗਾਰੇ ਦੀ ਆਵਾਜ਼ ਪਹੁੰਚਦੀ। ਹੁਣ ਕੋਈ ਕਹੇ ਵੀ ਨਗਾਰੇ ਦੀ ਆਵਾਜ਼ ਉਹ ਜੰਮੂ ਤੱਕ ਕਿਵੇਂ ਪਹੁੰਚਦੀ ਹੋਵੇਗੀ, ਕਸ਼ਮੀਰ, ਇਹ ਵੀ ਕਿਉਂਕਿ ਇਹ ਵੀ 22 ਧਾਰ ਦੀਆਂ ਰਿਆਸਤਾਂ ਨੇ। ਕੋਈ ਸਾਨੂੰ ਸਵਾਲ ਕਰੇ ਵੀ ਉੱਥੇ ਤੱਕ ਨਗਾਰੇ ਦੀ ਆਵਾਜ਼ ਕਿਵੇਂ, ਚਲੋ ਭੀਮ ਚੰਦ ਕੋਲ ਪਹੁੰਚਦੀ ਹੋਵੇਗੀ, ਉੱਥੇ ਤੱਕ ਕਿਵੇਂ ਪਹੁੰਚਦੀ ਹੈ? ਉੱਥੇ ਤੱਕ ਪਹੁੰਚਦੀ ਹੈ ਦੂਤਾਂ ਰਾਹੀਂ, ਜਿਹੜੇ ਉਹਨਾਂ ਰਾਜਿਆਂ ਦੇ ਜਸੂਸ ਫਿਰਦੇ ਨੇ, ਮੁਖਬਰ ਫਿਰਦੇ ਨੇ, ਉਹ ਪਹੁੰਚਾਉਂਦੇ ਨੇ ਵੀ ਗਲਗੀਧਰ ਜੀ ਦੇ ਨਗਾਰੇ ਵੱਜਦੇ ਨੇ, ਯਾਨੀ ਕਿ ਦੱਸਦੇ ਨੇ ਵੀ ਏਦਾਂ ਏਦਾਂ ਫੌਜੀ ਤਿਆਰੀ ਹੋ ਰਹੀ ਹੈ ਉਹਨਾਂ ਦੀ। ਦਿੱਲੀ ਤੱਕ ਇਹ ਨਗਾਰੇ ਦੀ ਆਵਾਜ਼ ਸੁਣਦੀ ਹੈ, ਵੱਜਦਾ ਆਨੰਦਪੁਰ ਸਾਹਿਬ ਹੈ, ਤੇ ਜਿਹੜੇ ਦਿਲ ਧੜਕਦੇ ਨੇ ਉਹ ਦਿੱਲੀ ਦੇ ਵਿੱਚ ਬੈਠੇ ਤਖਤਾਂ ਦੇ ਉੱਤੇ ਬੈਠੇ ਲੋਕਾਂ ਦੇ ਧੜਕਦੇ ਆ ਵੀ ਪੰਜਾਬ ਦੀ ਧਰਤੀ ਤੇ ਖਾਲਸਾ ਕੁਝ ਕਰ ਰਿਹਾ ਹੈ। ਤੋ ਏਦਾਂ ਪਾਤਸ਼ਾਹ ਦੇ ਨਗਾਰੇ ਦੀ ਜਿਹੜੀ ਗੂੰਜ ਹੈ, ਭਾਈ ਸਾਹਿਬ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਸਾਰੀਆਂ 22 ਧਾਰ ਦੀਆਂ ਰਿਆਸਤਾਂ ਦੇ ਵਿੱਚ ਗੂੰਜਦੀ ਹੈ। ਜੰਗ ਪ੍ਰਸੰਗ ਜਹਾਂ ਕਹਿ ਸੁਨਿਓ। ਕਹਿੰਦੇ ਜਿੱਥੇ ਕਿੱਥੇ ਜੰਗ ਦਾ ਪ੍ਰਸੰਗ ਸੁਣਿਆ, ਲੋਕਾਂ ਤੱਕ ਖਬਰ ਪਹੁੰਚੀ ਕਿ ਨੂੰਹ ਪਿੰਡ ਵਾਲਿਆਂ ਨੂੰ ਮਹਾਰਾਜ ਜੀ ਨੇ ਦੰਡ ਦਿੱਤਾ। ਜਿਹੜੇ ਤੇ ਸਹੀ ਨੀਤ ਵਾਲੇ ਲੋਕ ਸੋ ਕਹਿੰਦੇ ਸਹੀ ਹੋਇਆ, ਉਹਨਾਂ ਨੇ ਵਧੀਕੀ ਕਿਉਂ ਕੀਤੀ, ਸੰਗਤ ਨੂੰ ਕਿਉਂ ਲੁੱਟਿਆ, ਸਜ਼ਾ ਮਿਲਣੀ ਚਾਹੀਦੀ ਸੀ। ਪਰ ਜਿਹੜੇ ਕਿਉਂਕਿ ਸਮਾਜ ਦੇ ਵਿੱਚ ਜ਼ੁਲਮ ਕਰਨ ਵਾਲੇ ਲੋਕਾਂ ਦੇ ਵੀ ਹਮਾਇਤੀ ਬਹੁਤ ਹੁੰਦੇ ਆ, ਤੋ ਜਿਹੜੇ ਉਹਨਾਂ ਦੇ ਹਮਾਇਤੀ ਸਨ ਉਹ ਕਹਿੰਦੇ ਵੀ ਇਹ ਚੰਗਾ ਨਹੀਂ ਹੋਇਆ, ਇਹ ਕੱਲ ਦੇ ਸਿੱਖ ਕੱਲ ਪੈਦਾ ਹੋਏ ਅੱਜ ਸਾਡੇ ਨਾਲ ਲੜ ਰਹੇ ਨੇ। ਉਹ ਜਿਹੜੇ ਇਦਾਂ ਦੇ ਲੋਕ ਸਨ ਉਹਨਾਂ ਦੇ ਮਨ ਵਿੱਚ ਗੁਰੂ ਖਾਲਸੇ ਪ੍ਰਤੀ ਈਰਖਾ ਤੇ ਦਵੈਸ਼ ਜਾਗਦੀ ਹੈ। ਨੂਹ ਜੋ ਗ੍ਰਾਮ ਗੁਰੂ ਚੜਾਨਿਓ। ਕਹਿੰਦੇ ਗੁਰੂ ਜੀ ਨੇ ਨੂਹ ਪਿੰਡ ਦੇ ਉੱਤੇ ਹਮਲਾ ਕਰਕੇ ਸੋਧਾ ਲਾਇਆ। ਸੰਗਤ ਲੂਟੀ ਜਾਂ ਤੇ ਮਾਰਾ। ਕਿਉਂ ਮਾਰਿਆ? ਕਿਉਂਕਿ ਉਹਨਾਂ ਨੇ ਸੰਗਤ ਨੂੰ ਲੁੱਟਿਆ ਸੀ। ਸਤਿਗੁਰੂ ਜੀ ਦੀ ਜਿਹੜੀ ਸੰਗਤ ਜਾ ਰਹੀ ਸੀ ਉਹਨਾਂ ਨੂੰ ਲੁੱਟਿਆ ਸੀ। ਸੁਨ ਸੁਨਿਆ ਪਰ ਸਬਨ ਡਰ ਤਾਰਾ। ਜਿਹਨੇ ਜਿਹਨੇ ਵੀ ਸੁਣਿਆ ਉਹਨਾਂ ਦੇ ਅੰਦਰ ਡਰ, ਜਿਹੜੇ ਪਹਿਲਾਂ ਸੋਚਦੇ ਹੁੰਦੇ ਸੀ ਨਾ ਵੀ ਨੂੰਹ ਪਿੰਡ ਵਾਲਿਆਂ ਨੇ ਲੁੱਟਿਆ, ਆਪਾਂ ਵੀ ਲੁੱਟਾਂਗੇ ਜੇ ਸੰਗਤ ਲੰਘੇਗੀ। ਹੁਣ ਜਦੋਂ ਪਤਾ ਲੱਗਾ ਵੀ ਨੂੰਹ ਪਿੰਡ ਵਾਲਿਆਂ ਦੀ ਆਹ ਹਾਲਤ ਹੋਈ ਆ, ਹੁਣ ਤਾਂ ਉਹ ਚੁੱਪ ਹੀ ਹੋ ਗਏ, ਸ਼ਹਿ ਕੇ ਕਹਿੰਦੇ ਆਵਾਜ਼ ਨਹੀਂ ਕੱਢਣੀ ਕਿ ਗੁਰੂ ਕੇ ਸਿੱਖਾਂ ਦੇ, ਗੁਰੂ ਕੀ ਸੰਗਤ ਦੇ ਖਿਲਾਫ ਅਸੀਂ ਕੁਝ ਸੋਚਿਆ। ਡਰ ਕੇ, ਪਾਪੀ ਬੰਦੇ ਨੂੰ ਡਰ ਹੁੰਦਾ ਹੀ ਹੈ ਜਿਹੜਾ ਪਾਪ ਕਰਦਾ। ਤੋ ਡਰ ਗਏ, ਇੱਕਦਮ ਭੈ ਭੀਤ ਹੋ ਗਏ, ਕਈਆਂ ਦੇ ਕੰਨ ਖੁੱਲ ਗਏ। ਕੀਤਕ ਦੁਸ਼ਟ ਮੂੜ ਮਤ ਕਾਚੇ। ਕਈ ਦੁਸ਼ਟ ਮੂਰਖ ਮਤ ਵਾਲੇ ਜਿਹੜੇ ਕੱਚੇ ਪਹਾੜੀਏ ਸਨ, ਗੁਰ ਸੰਗ ਬੈਰ ਧਾਰ ਰਿਸ ਰਾਚੇ। ਉਹਦਾ ਸਤਿਗੁਰਾਂ ਨਾਲ ਵੈਰ ਰੱਖ ਲਿਆ, ਵੈਰ ਵਿੱਢ ਲਿਆ ਵੀ ਕਦੇ ਸਾਡਾ ਦਾ ਲੱਗਾ ਤੇ ਅਸੀਂ ਜ਼ਰੂਰ ਗੁਰੂ ਜੀ ਦੇ ਖਿਲਾਫ ਲੜਾਂਗੇ। ਉਤੇ ਜੋ ਤਿੰਨ ਸੰਬੰਧੀ ਬ੍ਰਿੰਦ। ਕਿਉਂਕਿ ਇਸ ਨੂੰਹ ਪਿੰਡ ਦੇ ਵਿੱਚ ਕਈਆਂ ਦੇ ਰਿਸ਼ਤੇਦਾਰ ਸੀ, ਰਿਸ਼ਤੇਦਾਰੀ ਫੈਲੀ ਹੁੰਦੀ ਹੈ, ਕਈ ਗੁੱਜਰ ਰੰਗੜ ਹੋਰ ਕਈ ਪਿੰਡਾਂ 'ਚ ਰਹਿੰਦੇ, ਉਹਨਾਂ ਦੇ ਰਿਸ਼ਤੇਦਾਰ ਜਿਨ੍ਹਾਂ ਦੇ ਮਰੇ ਸਨ ਪਿੰਡ ਦੇ ਵਿੱਚ, ਜਿਨ੍ਹਾਂ ਨੂੰ ਦੰਡ ਦਿੱਤਾ ਗਿਆ, ਉਹਨਾਂ ਨੂੰ ਬੜੀ ਖਿਝ ਚੜੀ ਹੈ ਸਤਿਗੁਰਾਂ ਤੋਂ। ਬਨੇ ਸ਼ਤਰੂ ਚੈ ਜੰਗ ਬਿਲੰਦ। ਉਹ ਦੁਸ਼ਮਣ ਬਣ ਕੇ ਮਹਾਰਾਜ ਜੀ ਦੇ ਨਾਲ ਹੁਣ ਜੰਗ ਲੜਨਾ ਚਾਹੁੰਦੇ ਕਿ ਕਦੇ ਭੀਮ ਚੰਦ ਆਵੇ, ਪਹਾੜੀ ਰਾਜੇ ਆਉਣਗੇ ਲੜਨ ਤੇ ਅਸੀਂ ਉਹਨਾਂ ਦੀ ਮਦਦ ਕਰਾਂਗੇ। ਜਾਗੇ ਉਹ ਬੈਰ ਖਾਲਸੇ ਕੇਰਾ। ਏਦਾਂ ਕਈ ਪਿੰਡਾਂ ਵਾਲੇ ਕਈ ਲੋਕ ਗੁਰੂ ਖਾਲਸੇ ਦੇ ਵੈਰੀ ਵੀ ਬਣ ਗਏ। ਉਹਨਾਂ ਨੇ ਵੈਰ ਵਿੱਢ ਲਿਆ ਵੀ ਹੁਣ ਜੇ ਸਾਡਾ ਦਾ ਲੱਗਾ ਤੇ ਅਸੀਂ ਵੀ ਲਾਵਾਂਗੇ। ਤੋ ਇਸ ਪ੍ਰਕਾਰ ਨਾਲ ਕਈ ਪਿੰਡਾਂ ਵਾਲੇ ਜਿਨ੍ਹਾਂ ਦੇ ਰਿਸ਼ਤੇਦਾਰ ਉਸ ਪਿੰਡ 'ਚ ਰਹਿੰਦੇ ਸੀ, ਨੂੰਹ ਪਿੰਡ 'ਚ, ਉਹਨਾਂ ਨੇ ਗੁਰੂ ਖਾਲਸੇ ਦੇ ਨਾਲ ਵੈਰ ਦੀ ਬਿਰਤੀ ਰੱਖ ਲਈ। ਹਿੰਦੂ ਤੁਰਕਨ ਸੰਗ ਬਖੇਰਾ। ਏਦਾਂ ਕੱਲੇ ਇਹਨਾਂ ਨਾਲ ਹੀ ਨਹੀਂ, ਕਈ ਹਜ਼ਾਰਾਂ ਸੈਂਕੜੇ ਹਿੰਦੂ ਵੀ ਜਿਹੜੇ ਨੇ, ਜਿਹੜੇ ਪਹਾੜੀ ਰਾਜਿਆਂ ਦੇ ਹਮਾਇਤੀ ਸਨ, ਕਿਉਂਕਿ ਰਾਜੇ ਤਾਂ ਸਾਰੇ ਹਿੰਦੂ ਹੀ ਸੀ ਨਾ, ਇਹ ਪਹਾੜੀ ਰਾਜੇ, ਉਹ ਵੀ ਖਾਲਸੇ ਦੇ ਵਿਰੋਧੀ ਬਣ ਬੈਠੇ।
ਹਾਲਾਂਕਿ ਇਹਨਾਂ ਦੇ ਤਿਲਕ ਜੰਜੂ ਦੀ ਰਾਖੀ ਲਈ ਨੌਵੇਂ ਪਾਤਸ਼ਾਹ ਆਪਣਾ ਸੀਸ ਦਿੰਦੇ ਨੇ। ਸਤਿਗੁਰਾਂ ਦੇ ਕੀਤੇ ਉਪਕਾਰ ਇਹਨਾਂ ਨਸ਼ੁਕਰਿਆਂ ਨੂੰ ਭੁੱਲ ਗਏ ਨੇ। ਅਕਿਰਤ ਘਣਤਾ ਹੈ ਇਹਨਾਂ ਦੇ ਖੂਨ ਵਿੱਚ। ਸਤਿਗੁਰਾਂ ਦੇ ਕੀਤੇ ਉਪਕਾਰ ਨੂੰ ਇਹਨਾਂ ਨੇ ਵਿਸਾਰਿਆ ਹੋਇਆ। ਇਹਨਾਂ ਵਿੱਚੋਂ ਅਨੇਕਾਂ ਹਿੰਦੂ ਵੀ ਗੁਰੂ ਖਾਲਸੇ ਦੇ ਵਿਰੋਧੀ, ਉਹ ਵੀ ਬਣ ਗਏ। ਸਹਿ ਨ ਸਕੇ ਮੂੜੇ ਅਗਿਆਨੀ, ਮੂਰਖ ਅਗਿਆਨੀ ਸਤਿਗੁਰੂ ਜੀ ਦੇ ਖਾਲਸੇ ਪੰਥ ਦਾ ਇਹ ਪ੍ਰਤਾਪ ਸਹਿ ਨਹੀਂ ਸਕੇ। ਬਦੀ ਸਪਰਦਾ ਅਧਿਕ ਮਾਨੀ, ਏਦਾਂ ਕਈ ਪਿੰਡਾਂ ਦੇ ਵਿੱਚ ਸਪਰਦਾ ਜਿਹੜੀ ਸੀ ਉਹ ਵੱਧ ਗਈ। ਕਈ ਪਿੰਡਾਂ ਵਾਲਿਆਂ ਦੇ ਨਾਲ ਜਿਹੜਾ ਲੜਾਈ ਦਾ ਝਗੜੇ ਦਾ ਮਾਹੌਲ ਸੀ ਉਹ ਸਿੰਘਾਂ ਦੇ ਨਾਲ ਬਣ ਗਿਆ। ਸਤਿਗੁਰ ਧੁੰਦ ਬਜਾਵਤ ਆਏ, ਪਰ ਖਾਲਸਾ ਬੇਪਰਵਾਹ। ਖਾਲਸੇ ਨੂੰ ਨਹੀਂ ਪਰਵਾਹ, ਕਿਉਂਕਿ ਜੇ ਕੋਈ ਵੈਰ ਕਰਕੇ ਆਵੇਗਾ ਤੇ ਫਿਰ ਖਾਲਸੇ ਦੇ ਹੱਥਾਂ ਦੇ ਵਿੱਚ ਕਿਹੜਾ ਸ਼ਸਤਰ, ਕੋਈ ਨਹੀਂ। ਇਹਨਾਂ ਕੋਲ ਵੀ ਉਹਨਾਂ ਦੀ ਬੋਲੀ ਕਿ ਸਮਝਾਉਣ ਨੂੰ ਜ਼ੁਬਾਨਾਂ ਹਨ। ਇਹ ਜਿਹੜੀ ਤਲਵਾਰ ਹੈ ਨਾ, ਇਹ ਜ਼ੁਬਾਨ ਵੀ ਹੈ। ਇਸ ਜ਼ੁਬਾਨ ਦੀ ਭਾਸ਼ਾ ਨੂੰ ਬਹੁਤੇ ਲੋਕ ਇਸੇ ਭਾਸ਼ਾ ਨੂੰ ਹੀ ਸਮਝਦੇ। ਤੇ ਜੇ ਕੋਈ ਪ੍ਰੇਮ ਭਾਵ ਨਾਲ ਆਵੇ ਤੇ ਖਾਲਸੇ ਦੀਆਂ ਬਾਹਾਂ ਉਦਰੀਆਂ ਨੇ, ਗਲ ਵਕੜੀਆਂ ਵਿੱਚ ਲੈ ਲੈ ਕੇ ਮਿਲਦਾ ਤੇ ਆਪਣਾ ਆਪਾ ਵੀ ਉਹਦੇ ਤੋਂ ਕੁਰਬਾਨ ਕਰ ਦਿੰਦਾ। ਪਰ ਜੇ ਕੋਈ ਦੁਸ਼ਮਣੀ ਦੀ ਅੱਖ ਲੈ ਕੇ ਆਵੇ, ਕੈੜੀ ਅੱਖ ਕਰਕੇ, ਫਿਰ ਉਹਨੂੰ ਸਮਝਾਉਣ ਵਾਸਤੇ ਵੀ ਸਿੰਘਾਂ ਦੇ ਕੋਲ ਸ਼ਸਤਰ ਨੇ। ਇਸ ਕਰਕੇ ਖਾਲਸਾ ਬੇਪਰਵਾਹ ਹੈ। ਇਹ ਲੰਡੀ ਬੁੱਚੀ ਜੋ ਕਰਦੇ ਆ, ਖਾਲਸਾ ਇਹਨਾਂ ਦੀ ਪਰਵਾਹ ਨਹੀਂ ਕਰਦਾ। ਕੌਣ ਕੀ ਆਖਦਾ, ਕੌਣ ਕੀ ਕਹਿੰਦਾ, ਖਾਲਸਾ ਬੇਪਰਵਾਹੀ ਦੇ ਰੰਗ ਚ ਰਹਿੰਦਾ। ਕੋਈ ਖਾਲਸੇ ਨਾਲ ਵੈਰ ਵਿਰੋਧ ਰੱਖੇ, ਪਿੱਠ ਪਿੱਛੇ ਰੱਖਦਾ ਫਿਰੇ, ਸਾਹਮਣੇ ਆਵੇਗਾ ਉਦੋਂ ਆਪੇ ਫੈਸਲਾ ਕਰ ਲੇਗਾ ਖਾਲਸਾ। ਇਸ ਕਰਕੇ ਖਾਲਸੇ ਦੇ ਪੁਰਾਣੇ ਬੋਲਿਆਂ ਦੇ ਵਿੱਚ ਇਹਨਾਂ ਨੂੰ ਲੰਡੀ ਬੁੱਚੀ ਕਹਿੰਦੇ ਆ। ਲੰਡੀ ਬੁੱਚੀ ਭੱਜੇ, ਇਹ ਭੱਜਣ ਵਾਲੇ ਨੇ, ਇਹ ਖਾਲਸੇ ਦੇ ਸਾਹਮਣੇ ਅੜਨ ਵਾਲੇ ਨਹੀਂ ਹਨ। ਉਹ ਇਹ ਕੱਚੇ ਪਿੱਲੇ ਜਿਹੜੇ ਨੇ ਖਾਲਸੇ ਦੇ ਸਾਹਮਣੇ ਕੀ ਨੇ। ਇਸ ਕਰਕੇ ਖਾਲਸਾ ਬੇਪਰਵਾਹ ਹੈ। ਸਤਿਗੁਰ ਧੁੰਦ ਬਜਾਵਤ ਆਏ, ਸਤਿਗੁਰੂ ਜੀ ਨਗਾਰਾ ਵਜਾਉਂਦਿਆਂ ਫਤਿਹ ਲੈ ਕੇ ਆਏ ਨੇ। ਇੱਕ ਪ੍ਰਕਾਰ ਨਾਲ ਜੰਗ ਜਿੱਤਿਆ, ਭਾਵੇਂ ਛੋਟੇ ਰੂਪ ਵਿੱਚ ਸੀ, ਹੈ ਤਾਂ ਜੰਗ ਹੀ ਸੀ ਨਾ। ਮਹਾਰਾਜ ਸੱਚੇ ਪਾਤਸ਼ਾਹ ਜਿੱਤ ਦਾ ਨਗਾਰਾ ਵਜਾਉਂਦਿਆਂ ਵਾਪਸ ਆਏ ਹਨ। ਸਨੇ ਸਨੇ ਚੱਲ ਸਹਿਜ ਸੁਭਾਏ, ਸਹਿਜੇ ਸਹਿਜੇ ਮਹਾਰਾਜ ਜੀ ਸੁਭਾਵਕ ਚੱਲਦੇ ਆ ਰਹੇ ਨੇ। ਆਨੇ ਆਨੰਦਪੁਰ ਗੁਰੂ ਬਿਰਾਜੇ, ਸ੍ਰੀ ਆਨੰਦਪੁਰ ਸਾਹਿਬ ਕਲਗੀਧਰ ਜੀ ਆਣ ਕੇ ਬਿਰਾਜੇ ਹਨ। ਜਿਨਕੇ ਦਰਸ਼ਨ ਤੇ ਅਗ ਭਾਜੇ, ਕੈਸੇ ਨੇ ਕਲਗੀਧਰ ਜੀ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਪਾਪ ਨਸ ਜਾਂਦੇ ਹਨ। ਜਿਨ੍ਹਾਂ ਦੇ ਦੀਦਾਰ ਕੀਤਿਆਂ ਪਾਪ ਨਸ਼ਟ ਭ੍ਰਸ਼ਟ ਹੋ ਜਾਂਦੇ ਨੇ। ਦਰਸ਼ਨ ਦੇਖਤ ਦੋਖ ਨਸੇ। ਸਤਿਗੁਰੂ ਜੀ ਦੇ ਦਰਸ਼ਨ ਪਰਸਦਿਆਂ ਗੁਰੂ ਖਾਲਸਾ ਜੀ ਸਾਰੇ ਪਾਪ ਨਸ ਜਾਂਦੇ ਹਨ। ਐਸੇ ਗੁਰਦੇਵ ਗੁਰੂ ਕਲਗੀਧਰ ਪਾਤਸ਼ਾਹ ਜੀ ਸ਼੍ਰੀ ਆਨੰਦਪੁਰ ਸਾਹਿਬ ਆਣ ਕੇ ਬਿਰਾਜੇ ਹਨ। ਖਾਨ ਪਾਨ ਕਰ ਨਿਸਾ ਮਝਾਰੀ, ਖਾਨ ਪਾਨ ਕੀਤਾ, ਰਾਤ ਪੈ ਚੁੱਕੀ ਸੀ। ਤੋ ਰਾਤ ਵੇਲੇ ਲੰਗਰ ਪ੍ਰਸ਼ਾਦਾ ਭੋਜਨ ਛਕ ਕੇ ਸੁਪਤ ਜਥਾ ਸੁਖ ਸਕਲ ਗੁਜ਼ਾਰੀ, ਸੁਖ ਸਹਿਤ ਆਪਣਿਆਂ ਸੁਖਾਸਣਾ ਤੇ ਕਲਗੀਧਰ ਜੀ ਬਿਰਾਜੇ ਨੇ। ਮਹਾਰਾਜ ਜੀ ਦੀਆਂ ਫੌਜਾਂ ਸਾਰੇ ਦਿਨ ਦੀਆਂ ਥੱਕੀਆਂ ਟੁੱਟੀਆਂ, ਸਭ ਨੇ ਆਰਾਮ ਕੀਤਾ। ਜ਼ਖਮੀਆਂ ਦੀ ਮਲਮ ਪੱਟੀ ਕੀਤੀ ਗਈ। ਜਾਮ ਜਾਮਨੀ ਜਾਗਰਨ ਹੋਏ, ਸਾਲ ਪੱਤਰ ਜ਼ਖਮੀਆਂ ਨੂੰ ਕਲਗੀਧਰ ਜੀ ਆਪਣੇ ਹੱਥੀਂ ਦਿਆ ਕਰਦੇ ਸੀ। ਸਾਲ ਪੱਤਰ ਉਸ ਵੇਲੇ ਦੀ ਕੋਈ ਐਸੀ ਔਸ਼ਧੀ ਸੀ ਜਿਹੜੀ ਜ਼ਖਮ ਤੇ ਸਤਿਗੁਰੂ ਜੀ ਆਪ ਆਪਣੇ ਹੱਥੀਂ ਲਾ ਕੇ ਆਉਂਦੇ ਤੇ ਦਿਨਾਂ ਵਿੱਚ ਹੀ ਉਹ ਜ਼ਖਮ ਰਾਜੀ ਹੋ ਜਾਂਦਾ ਸੀ। ਪਾਤਸ਼ਾਹ ਜੀ ਜਦੋਂ ਦ੍ਰਿਸ਼ਟੀ ਕਰਦੇ ਸੀ ਨਾ, ਜੇ ਕਿਸੇ ਸਿੰਘ ਦੇ ਜ਼ਖਮ ਦੀ ਦਰਦ ਹੁੰਦੀ ਸੀ, ਉਹ ਦਰਦ ਉਹਨੂੰ ਦੂਰ ਹੋ ਜਾਂਦੀ ਸੀ ਨਜ਼ਰ ਕਰਦੇ ਆ, ਵੇਖਦੇ ਆ। ਤੋ ਇਸ ਤਰ੍ਹਾਂ ਜ਼ਖਮੀਆਂ ਦੀ ਸੰਭਾਲ ਕੀਤੀ। ਰਾਤ ਬੀਤੀ ਹੈ, ਪਹਿਰ ਰਾਤ ਰਹਿੰਦਿਆਂ ਮੇਰੇ ਪਾਤਸ਼ਾਹ ਦਾ ਅੰਮ੍ਰਿਤ ਵੇਲੇ ਉੱਠਣ ਦਾ ਨੇਮ ਸੀ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜਾਗੇ ਹਨ। ਸੋਚ ਇਸ਼ਨਾਨ ਕਰੇ ਸਭ ਕੋਏ, ਜਿੰਨੇ ਸਿੰਘ ਨੇ ਸਭ ਤਿਆਰ ਬਰ ਤਿਆਰ, ਕਿਉਂਕਿ ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਦਾ ਹੁਕਮ ਸੀ ਕਲਗੀਧਰ ਜੀ ਦਾ ਖਾਲਸੇ ਨੂੰ।
ਭਾਵੇਂ ਸਾਰੇ ਦਿਨ ਦੇ ਥੱਕੇ ਆਏ ਨੇ, ਸਿੰਘਾਂ ਨੇ ਫਿਰ ਵੀ ਅਗਲੇ ਦਿਨ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਹੈ। ਇਸ਼ਨਾਨ ਪਾਨ ਕੀਤੇ ਨੇ, ਸਰੀਰ ਦੀ ਕਿਰਿਆ ਸੋਧੀ ਆ, ਦਾਤਣ ਕੁਰਲੇ ਕੀਤੇ ਹਨ। वस्त्र शस्त्र को अंग सजावे, ਔਰ ਸੋਹਣੇ ਬਸਤਰ ਸੋਹਣੇ ਸ਼ਸਤਰ ਸਿੰਘ ਆਪਣੇ ਸਰੀਰਾਂ ਤੇ ਸਜਾਉਂਦੇ ਨੇ। सिंह सतगुरु सभा लगावे, ਸਤਿਗੁਰੂ ਜੀ ਦੇ ਸਿੰਘ ਮਹਾਰਾਜ ਜੀ ਦੇ ਦਰਬਾਰ ਵਿੱਚ ਦੀਵਾਨ ਵਿੱਚ ਆ ਕੇ ਸਭਾ ਲਾਉਂਦੇ ਨੇ। नित प्रत पाहुल लेते अनेक, ਨਿਤਾ ਪ੍ਰਤੀ ਅਨੇਕਾਂ ਅਭਲਾਖੀ ਜਿਹੜੇ ਅੰਮ੍ਰਿਤ ਅਭਲਾਖੀ ਨੇ, ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਆ ਕੇ ਖੰਡੇ ਦੀ ਪੌਹਲ ਛਕਦੇ ਹਨ। देत दिवावत जलद बबेक, ਵਿਵੇਕ ਦੇ ਜਲਦ ਸਮੁੰਦਰ ਸਤਿਗੁਰੂ ਜੀ। ਵਿਵੇਕ ਦਾ ਮਤਲਬ ਹੁੰਦਾ ਵਿਚਾਰ, ਦੋ ਦੀ ਵਿਚਾਰ ਛੱਡ ਕੇ ਜਿਹੜਾ ਇੱਕ ਦੀ ਵਿਚਾਰ ਕਰੇ। ਐਸੇ ਜਲਦ ਵਿਵੇਕ ਸਤਿਗੁਰੂ ਜੀ ਆਪਣੀ ਸ਼ਰਨ ਆਇਆ ਹੋਇਆਂ ਗੁਰਮੁਖਾਂ ਨੂੰ, ਅੰਮ੍ਰਿਤ ਅਭਲਾਖੀਆਂ ਨੂੰ, ਕਈਆਂ ਨੂੰ ਆਪ ਆਪਣੇ ਹੱਥੀਂ ਅੰਮ੍ਰਿਤ ਛਕਾਉਂਦੇ ਨੇ, ਜਾਂ ਫਿਰ ਆਪਣੇ ਪੰਜਾਂ ਨੂੰ ਪਿਆਰਿਆਂ ਨੂੰ ਹੁਕਮ ਕਰਕੇ ਅੰਮ੍ਰਿਤ ਛਕਾਉਂਦੇ ਹਨ। पंथ खालसा बदने लागियो, ਇਸ ਤਰ੍ਹਾਂ ਮਹਾਰਾਜ ਜੀ ਦਾ ਖਾਲਸਾ ਪੰਥ ਦਿਨ ਪ੍ਰਤੀ ਦਿਨ ਵਧਣ ਲੱਗਾ। ਖਾਲਸਾ ਐਸਾ ਹੈ, ਭਾਈ ਰਤਨ ਸਿੰਘ ਭੰਗੂ ਜੀ ਨੇ ਲਿਖਿਆ, ਖਾਲਸਾ ਐਸ ਹੈ ਜੈਸੇ ਸੁੰਮੇ ਵਾਣੀ ਨਦੀ। ਇੱਕ ਬਰਸਾਤੀ ਨਦੀਆਂ ਹੁੰਦੀਆਂ, ਜਦੋਂ ਬਰਸਾਤ ਆਉਂਦੀ ਆ ਉਦੋਂ ਚੱਲਦੀਆਂ ਨੇ। ਇੱਕ ਨਦੀਆਂ ਜਿਨ੍ਹਾਂ ਚੋਂ ਸੋਮਾ ਪਿੱਛੋਂ ਝਰਨੇ ਚੱਲ ਰਹੇ ਨੇ, ਉਹ ਲਗਾਤਾਰ ਵਗਦੇ ਰਹਿੰਦੇ ਨੇ। ਜਿੰਨਾ ਪਾਣੀ ਅੱਗੇ ਜਾਂਦਾ ਉਹਨਾਂ ਪਿੱਛੋਂ ਹੋਰ ਆਈ ਜਾਂਦਾ। ਉਹ 12 ਮਹੀਨੇ 30 ਦਿਨ ਭਰੀਆਂ ਹੀ ਰਹਿੰਦੀਆਂ ਨੇ। ਖਾਲਸਾ ਸੁੰਮੇ ਵਾਣੀ ਨਦੀ ਹੈ। ਜੇ ਅੱਗੇ ਸ਼ਹੀਦ ਹੁੰਦੇ ਆ, ਪਿੱਛੋਂ ਉਹੀ ਸ਼ਹੀਦ ਮੁੜ ਮੁੜ ਫੇਰ ਆਈ ਜਾਂਦੇ। ਇਹ ਸ਼ਹੀਦੀ ਫੌਜਾਂ ਹੀ ਨੇ ਜਿਹੜੀਆਂ ਮੁੜ ਮੁੜ ਆਉਂਦੀਆਂ ਗੁਰੂ ਖਾਲਸਾ ਜੀ ਖਾਲਸੇ ਦੇ ਵਿੱਚ। ਉਹੀ ਨਾਮ ਰੰਗੀਆਂ ਰੂਹਾਂ ਜਿਨ੍ਹਾਂ ਨੇ ਮੰਗੀ ਮੰਗੀ ਮਹਾਰਾਜ, ਜਿੰਨੇ ਜਨਮ ਹੋਣ ਆਪ ਜੀ ਦੇ ਖਾਲਸੇ ਪੰਥ 'ਚ ਹੀ ਹੋਣ, ਆਪ ਜੀ ਦੇ ਪੰਥ ਦੇ ਸਿੰਘ ਹੀ ਸਜੀਏ ਮਹਾਰਾਜ ਹਰ ਜਨਮ 'ਚ। ਤੋ ਇਸ ਪ੍ਰਕਾਰ ਨਾਲ ਇਹ ਖਾਲਸੇ ਦਾ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। जन छतरी धर्म सूतो जागियो, ਮਾਨੋ, ਜਨ ਦਾ ਮਤਲਬ ਹੁੰਦਾ ਮਾਨੋ। ਜਿਹੜਾ ਛਤਰੀ ਧਰਮ ਸੌਂ ਗਿਆ ਸੀ ਭਾਰਤ ਖੰਡ ਦੇ ਲੋਕਾਂ ਦੇ ਵਿੱਚੋਂ ਪ੍ਰਿਥੀ ਰਾਜ ਚੌਹਾਨ ਤੋਂ ਬਾਅਦ, ਮੁਹੰਮਦ ਗੌਰੀ ਦੇ ਸਾਹਮਣੇ ਜਦੋਂ ਉਹਨੇ ਆਪਣੀ ਤਲਵਾਰ ਸੁੱਟੀ ਨਾ, ਇਹ ਅਖੀਰਲਾ ਜੰਗ ਕਿਹਾ ਜਾਂਦਾ ਪਾਣੀਪਤ ਦਾ। ਮੁੜ ਕੇ ਇਹਨਾਂ ਦਾ ਛਤਰੀਪੁਣਾ ਸੌ ਗਿਆ ਭਾਰਤ ਖੰਡ ਦੇ ਲੋਕਾਂ ਦਾ। ਕਿਸੇ ਮੁੜ ਕੇ ਹੌਸਲਾ ਨਹੀਂ ਕੀਤਾ ਵੀ ਤਲਵਾਰ ਚੁੱਕ ਕੇ ਇਹਨਾਂ ਜਰਵਾਣਿਆਂ ਦੇ ਬਾਹਰੋਂ ਆਏ ਨਾ ਵਿਦੇਸ਼ੀਆਂ ਦੇ ਉੱਤੇ ਅਸੀਂ ਆਪਣਾ ਹਮਲਾ ਕਰੀਏ, ਆਪਣਾ ਰਾਜ ਲਈਏ। ਕਲਗੀਧਰ ਪਾਤਸ਼ਾਹ ਨੇ ਖਾਲਸਾ ਸਾਜਿਆ, ਪੰਥ ਸਾਜੇ, ਔਰ ਪੰਥ ਸਾਜਿਆ ਮਾਨੋ ਜਿਹੜਾ ਧਰਮ ਛਤਰੀ ਧਰਮ ਸੁੱਤਾ ਪਿਆ ਸੀ ਨਾ, ਉਹ ਜਾਗ ਗਿਆ। ਕਿਉਂਕਿ ਖਾਲਸੇ ਨੂੰ ਗੁਰਦੇਵ ਨੇ ਰਾਜ ਦਾ ਸੰਕਲਪ ਦਿੱਤਾ ਵੀ ਇਹ ਧਰਤੀ ਤੁਹਾਡੀ, ਤੁਸੀਂ ਇੱਥੋਂ ਦੇ ਮੂਲ ਵਾਸੀ ਹੋ, ਔਰ ਇੱਥੇ ਤੁਹਾਡਾ ਰਾਜ ਹੋਣਾ ਚਾਹੀਦਾ, ਵਿਦੇਸ਼ੀਆਂ ਦਾ ਨਹੀਂ। ਇਹ ਖਾਲਸੇ ਨੂੰ ਰਾਜ ਦਾ ਸੰਕਲਪ ਗੁਰੂ ਕਲਗੀਧਰ ਪਾਤਸ਼ਾਹ ਨੇ ਬਖਸ਼ਿਆ। ਗਰਜ ਗਰਜ ਕਰ ਫਤਿਹ ਬੁਲਾਵੇ, ਸਿੰਘ ਜਦੋਂ ਆਪਸ ਵਿੱਚ ਮਿਲਦੇ ਨੇ ਗੱਜ ਗੱਜ ਕੇ ਫਤਿਹ ਬੁਲਾਉਂਦੇ ਆ ਸਿੰਘ, ਗਰਜਵੀਂ ਆਵਾਜ਼ ਦੇ ਵਿੱਚ ਫਤਿਹ ਬੁਲਾਉਂਦੇ ਹਨ। ਕੇਸ ਕੱਛ ਆਯੁਧ ਉਰ ਪਾਵੇ, ਸੀਸ ਤੇ ਕੇਸ, ਦਸਤਾਰ, ਇਸੇ ਤਰ੍ਹਾਂ ਗਾਤਰੇ ਤਲਵਾਰ, ਤੇੜ ਕਛਹਿਰਾ, ਸਰੀਰ ਦੇ ਉੱਤੇ ਜਾਮਾ ਚੋਲਾ। ਦੋਹਰਾ ਨੰਦ ਲਾਲ ਕੀ ਬਾਰਤਾ, ਕਹੋ ਸੁਨੋ ਮਤ ਲਾਏ। ਇਸ ਤਰ੍ਹਾਂ ਸ਼ਸਤਰਾਂ ਨਾਲ, ਪੰਜ ਕਕਾਰਾਂ ਨਾਲ ਸਿੰਘ ਹੇਤ ਕਰਦੇ ਨੇ, ਪਿਆਰ ਕਰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਸਤਿਗੁਰਾਂ ਨੇ ਸਾਨੂੰ ਦਸਤਾਰ ਦਾ ਸੰਕਲਪ ਦਿੱਤਾ। ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ।
ਜਦੋਂ ਪਰਮੇਸ਼ਰ ਦਾ ਸਰੂਪ ਵਰਣਨ ਕੀਤਾ ਤੇ ਪੱਗ ਵਾਲਾ, ਦਸਤਾਰ ਵਾਲਾ ਰੂਪ ਕਿ ਹੇ ਪ੍ਰਭੂ ਤੇਰੀ ਪੱਗ ਬੜੀ ਖੂਬ ਸੁੰਦਰ ਹੈ। ਤੋ ਖਾਲਸੇ ਨੂੰ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਇਹ ਦਸਤਾਰ ਦਾ ਸੰਕਲਪ ਦਿੱਤਾ। ਗਾਤਰੇ ਸ਼੍ਰੀ ਸਾਹਿਬਾਂ ਹਨ, ਤੇੜ ਕਛਹਿਰੇ ਜੋ ਜੱਤ ਦੀ ਨਿਸ਼ਾਨੀ ਹੈ। ਇਹਨਾਂ ਕੱਕਿਆਂ ਨਾਲ ਸਿੰਘ ਹੇਤ ਰੱਖਦੇ ਨੇ। ਹੁਣ ਇੱਕ ਪ੍ਰਸੰਗ ਵਿੱਚ ਦੱਸਣਾ ਅਤੀ ਜ਼ਰੂਰੀ ਹੈ। ਕਲਗੀਧਰ ਜੀ ਦੇ 52 ਕਵੀਆਂ ਚੋਂ ਸਾਰੇ ਕਵੀਆਂ ਦੇ ਜਥੇਦਾਰ ਦੀਵਾਨ ਗੋਇਆ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ, ਉਹਨਾਂ ਦਾ ਪ੍ਰਸੰਗ ਭਾਈ ਸਾਹਿਬ ਕਹਿੰਦੇ ਮੈਂ ਹੁਣ ਤੁਹਾਨੂੰ ਦੱਸਦਾ ਵੀ ਉਹ ਕਿਵੇਂ ਆਏ ਕਲਗੀਧਰ ਦੀ ਸ਼ਰਨ 'ਚ। ਉਹਨਾਂ ਦੀ ਉਹ ਵਾਰਤਾ ਭਾਈ ਨੰਦ ਲਾਲ ਜੀ ਦੀ ਉਹ ਆਪ ਜੀ ਨੂੰ ਸੁਣਾਉਂਦੇ ਆ, ਧਿਆਨ ਨਾਲ ਸੁਣੋ। ਭਾਈ ਨੰਦ ਲਾਲ ਜੀ ਗਜਨੀ ਦੇ ਰਹਿਣ ਵਾਲੇ, ਉੱਥੇ ਇਹਨਾਂ ਦਾ ਜਨਮ ਹੋਇਆ ਸੀ ਭਾਈ ਛੱਜੂ ਰਾਮ ਜੀ ਦੇ ਗ੍ਰਹਿ ਵਿਖੇ ਖੱਤਰੀ ਪਰਿਵਾਰ 'ਚ। ਭਾਈ ਛੱਜੂ ਰਾਮ ਜੀ ਦੇ ਘਰ ਜਨਮ ਹੋਇਆ ਤੇ ਭਾਈ ਛੱਜੂ ਰਾਮ ਜੀ ਬਾਦਸ਼ਾਹੀ ਦਰਬਾਰ ਦੇ ਮੀਰ ਮੁਨਸ਼ੀ ਸੀ, ਬੜਾ ਉੱਚਾ ਰੁਤਬਾ ਸੀ। ਇਸ ਕਰਕੇ ਉਹਨਾਂ ਨੇ ਭਾਈ ਨੰਦ ਲਾਲ ਸਾਹਿਬ ਨੂੰ ਆਪਣੀ ਨਿਗਰਾਨੀ ਹੇਠ ਫਾਰਸੀ, ਅਰਬੀ, ਉਸ ਵੇਲੇ ਦੀ ਜਿਹੜੀ ਮੁੱਖ ਭਾਸ਼ਾ ਸੀ, ਉਹਦੇ ਵਿੱਚ ਇਲਮ ਹਾਸਲ ਕਰਵਾਇਆ। ਸੰਜੋਗ ਐਸਾ ਬਣਿਆ ਕਿ ਭਾਈ ਨੰਦ ਲਾਲ ਸਾਹਿਬ ਇੱਕ ਗੁਰਸਿੱਖ ਦੀ ਲੜਕੀ ਨਾਲ ਵਿਆਹੇ ਗਏ, ਜਿੱਥੋਂ ਇਹਨਾਂ ਨੂੰ ਸਿੱਖੀ ਦੀ ਜਾਗ ਲੱਗੀ। ਹਾਂਜੀ, ਜਿਮ ਸਤ ਗੁਰ ਸੋ ਮਿਲ ਰਹਿਓ, ਆਨੰਦ ਲੈ ਅਧਿਕਾਏ। ਜਿਵੇਂ ਭਾਈ ਨੰਦ ਲਾਲ ਜੀ ਸਤਿਗੁਰਾਂ ਦੀ ਸ਼ਰਨ ਵਿੱਚ ਆਏ, ਮੁੜ ਕੇ ਇਹਨਾਂ ਨੇ ਮੁਲਤਾਨ ਆ ਕੇ, ਕਿਉਂਕਿ ਪਹਿਲਾਂ ਗਜਨੀ ਰਹਿੰਦੇ ਸੀ, ਪਿਤਾ ਜੀ ਦੇ ਚਲਾਣੇ ਤੋਂ ਬਾਅਦ ਭਾਈ ਸਾਹਿਬ ਮੁਲਤਾਨ ਆ ਰਹੇ। ਉਹ ਸਤਿਗੁਰਾਂ ਨਾਲ ਮੇਲ ਕਿਵੇਂ ਹੋਇਆ, ਉਹ ਕਥਾ ਭਾਈ ਸਾਹਿਬ ਕਹਿੰਦੇ ਮੈਂ ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਨੂੰ ਸਰਵਣ ਕਰਾਵਾਂਗਾ। ਗੁਰੂ ਘਰ ਦੇ ਉਹ ਮਹਾਨ ਸੇਵਕ ਨੇ ਭਾਈ ਨੰਦ ਲਾਲ ਜੀ, ਜਿਨ੍ਹਾਂ ਦੀ ਬਾਣੀ ਦੁਆਰਾ ਕਲਗੀਧਰ ਦੀ ਸ਼ਖਸੀਅਤ ਬਾਰੇ ਜਾਣਿਆ ਜਾਂਦਾ ਹੈ ਕਿ ਦਸ਼ਮੇਸ਼ ਪਾਤਸ਼ਾਹ ਕੈਸੇ ਸਨ, ਐਸਾ ਸੀ ਉਹਨਾਂ ਦਾ ਸਰੂਪ। ਭਾਈ ਸਾਹਿਬ ਜੀ ਨੇ ਬਹੁਤ ਸਾਰੀਆਂ ਰਚਨਾਵਾਂ ਕੀਤੀਆਂ ਨੇ, ਗਜ਼ਲਾਂ ਲਿਖੀਆਂ ਨੇ, ਗੰਜਨਾਮਾ ਲਿਖਿਆ ਹੈ, ਬਹੁਤ ਸਾਰੀਆਂ ਸੁੰਦਰ ਰਵਾਈਆਂ ਲਿਖੀਆਂ ਨੇ। ਭਾਈ ਸਾਹਿਬ ਜੀ ਦੇ ਲਿਖੇ ਕੁਝ ਰਹਿਤਨਾਮੇ ਵੀ ਉਹ ਪੰਥ ਵਿੱਚ ਪ੍ਰਾਪਤ ਹੁੰਦੇ ਨੇ। ਭਾਈ ਸਾਹਿਬ ਦੇ ਜੀਵਨ ਸੰਬੰਧੀ ਉਹ ਵਿਚਾਰਾਂ ਆਪਾਂ ਅਗਲਿਆਂ ਪ੍ਰਸੰਗਾਂ 'ਚ ਕਰਾਂਗੇ। ਗੁਰੂ ਕਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਓ ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਅੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਕੇ ਸਦਾ ਬਬੇਤ, ਹੇ ਅਪਰੰਪਰ ਹਰ ਹਰੇ, ਹੈ ਪੀਓ ਅਣਿਆਰ, ਹੇ
ਅੰਤਹ ਕੈ ਸਦਾ ਸੰਗ ਧਾਰਾ ਆਧਾਰ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾ ਰਾਖੋ ਹੀਐ ਪਰੋਏ ਆਏ ਪ੍ਰਭ ਸ਼ਰਨਾਗਤੇ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਬੜੇ ਸੂਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਪਾਰੇ ਉਤਾਰ ਨਿਹਾਰ ਵਾਹਿਗੁਰੂ ਨਾਮ ਜਹਾਜ ਹੈ ਬੜੇ ਸੂਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਪਾਰੇ ਉਤਾਰ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।